सतनाम वाहिगुरु साहिब जीओ। ठाको मनमा राखो ठाए, ठहक मोई अवगण पछताए। ठाको मनवा राखो ठाए, ठहक मोई अवगुण पछताए। ठाकुर एक सबाई नार, बहुते वेश करे कूड़ियार। पर कर जाती ठाकुर हाई, महल बुलाई ठाक ना पाई। शब्द सवारी साच प्यारी, साई सुहागण ठाकुर धारी। डोलत डोलत हे सखी, फाटे चीर सिंगार। टाहपन तन सुख नहीं, बिन डर बिन ठी डार। डरप मुई कर आपने, डिठी कंत सुजान। डर राख्या गुर आपने, निर्भव नाम वखान। डूगर वास तिखा घनी, जब देखा नहीं दूर। तिखा निवारी शब्द मन, अमृत पिया भरपूर। तिखा निवारी शब्द मन, अमृत पिया भरपूर। वाहिगुरु जी का खालसा, वाहिगुरु जी की फतेह। सतगुरु गरीब नवाज पातशाह दसां पातशाहियां दे प्रतख प्रगट स्वरूप श्री गुरु ग्रंथ साहिब महाराज जी दे चरना अंदर आप जी बड़े प्यार शरदा सहित शाम दे दीवान की हाजरी भर के लाहा प्राप्त कर रहे हो। ये समा सफल है और गुरु चरना विच एक तरह नाल इस समय तो पार जान दी थां है। दखणी ओंकार दे शब्द जो आपां विचार रहे हैं, ये तकरीबन 3 श्लोक 28, 29 और 30 नंबर इक्को ही विषय नाल संबंध रखते हैं। वो है मन दा विश्वास ते मन दी बेविश्वासी। भरोसे विच जिउणा ते बेइतबारी विच जिउणा, भटकदे रहना जां टिक जाना, इन्हां विषयां दे नाल संबंधित ही ये 3 श्लोक बार बार इस मार्ग ते तुरन वाले मनुख नूं एक चानण वांग रस्ता दिखाउंदे हन कि जे दीवा बल भी जाए वो हिलदा रवे, तुसी कदी वेखना। जिवें कि कह रहे ने ठाको मनवा, ठाकोदार थे रोक लवो, टिका दो। ठाक शब्द जिथे भी आएगा, गुरबाणी विच बहुत सारे थावां ते ठाकुर शब्द आया। तू ठाकुर तुम पह अरदास। ठाक शब्द का अर्थ है किसी चीज नूं हिलदी होई नूं रोक देना, एक थां ते खड़े कर देना। ठाकुर दे अर्थ ने अकाल पुरख वैगुरु, जेड़ा जिस बंदे दे सिर ते हथ रखदा है
ਉਹਦਾ ਹਿੱਲਦਾ ਹੋਇਆ ਮਨ ਇੱਕੋ ਥਾਂ ਤੇ ਖਲੋ ਜਾਂਦਾ ਹੈ। ਤਾਂ ਉਸ ਨੂੰ ਠਾਕੁਰ ਕਿਹਾ ਬਾਣੀ ਵਿੱਚ। ਇਹ ਤਾਂ ਮੈਂ ਬੇਨਤੀ ਕਰ ਰਿਹਾ ਕਿਉਂਕਿ ਜਿੰਨੇ ਆਪ ਗੁਰਮੁਖ ਬਾਣੀ ਪੜ੍ਹਨ ਵਾਲੇ ਬੈਠੇ ਹੋ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ 100 ਵਾਰੀ ਨਹੀਂ, ਹਜ਼ਾਰਾਂ ਵਾਰੀ ਆਵੇਗਾ ਜਦੋਂ ਤੁਸੀਂ ਬਾਣੀ ਪੜ੍ਹੋਗੇ। ਤੇ ਕਈ ਵਾਰੀ ਠਾਕੁਰ ਸ਼ਬਦ ਪੜ੍ਹੀਦਾ ਪਰ ਉਹਦੇ ਅਰਥ ਸਮਝ ਨਹੀਂ ਆਉਂਦੇ। ਇਸ ਕਰਕੇ ਜਿਹੜੀ ਕਥਾ ਹੈ ਇਹ ਗੁਰਬਾਣੀ ਦੀ ਉਚਾਰਨ ਸੰਥਿਆ ਵੀ ਹੈ ਤੇ ਅਰਥਾਂ ਨਾਲ ਸੰਬੰਧ ਵੀ ਰੱਖਦੀ ਏ ਔਰ ਭਾਵ ਅਰਥ ਵੀ ਇਹਦੇ ਵਿੱਚ ਹੁੰਦੇ ਨੇ। ਜੇ ਅਸੀਂ ਧਿਆਨ ਦੇਈਏ, ਠਾਕੁਰ ਦੇ ਅਰਥ ਨੇ ਰੋਕਣ ਵਾਲਾ। ਤੇ ਮੈਂ ਬੇਨਤੀ ਕਰ ਰਿਹਾ ਸੀ, ਜੇ ਅੰਦਰ ਵਿਸ਼ਵਾਸ ਦਾ ਦੀਵਾ ਜਗ ਵੀ ਪਵੇ, ਪਹਿਲਾਂ ਤੇ ਜਗਦਾ ਹੀ ਨਹੀਂ। ਗੁਰਬਾਣੀ ਵਿੱਚ ਵਾਰ-ਵਾਰ ਕਿਹਾ ਗਿਆ ਗੁਰੂ ਚਾਨਣ ਹੈ, ਵਾਰ-ਵਾਰ ਕਿਹਾ ਗਿਆ ਜਗਤ ਹਨੇਰਾ ਹੈ। ਗਿਆਨ ਤੇ ਅਗਿਆਨ ਦੀ ਗੱਲ ਚੱਲਦੀ। ਜਦੋਂ ਆਪਾਂ ਕਹਿੰਦੇ ਆ ਗੁਰ ਗਿਆਨ ਦਿਓ ਮਨ ਸਮਝਾ, ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਸਾਨੂੰ ਗੁਰੂ ਅਮਰਦਾਸ ਜੀ ਨੇ ਗਿਆਨ ਦਿੱਤਾ ਤੇ ਸਾਡਾ ਮਨ ਤਾਂ ਸਮਝਿਆ ਜਦੋਂ ਸਾਨੂੰ ਗਿਆਨ ਮਿਲਿਆ। ਗਿਆਨ ਤੋਂ ਬਿਨਾਂ ਮਨ ਸਮਝਦਾ ਨਹੀਂ। ਹੁਣ ਇੱਥੇ ਧਿਆਨ ਦੇਣਾ, ਗਿਆਨ ਦੇ ਅਰਥ ਮੈਂ ਹੁਣੇ ਇੱਕ ਅੱਖਰ ਦੇ ਅਰਥ ਕੀਤੇ ਨੇ ਠਾਕੁਰ ਦੇ। ਉਹ ਇੱਕ ਗਿਆਨ ਹੈ, ਅੱਖਰੀ ਗਿਆਨ। ਪਰ ਜਦੋਂ ਗੁਰੂ ਰਾਮਦਾਸ ਜੀ ਕਹਿੰਦੇ ਗੁਰ ਗਿਆਨ ਦਿਓ, ਮੇਰੇ ਗੁਰੂ ਨੇ ਮੈਨੂੰ ਗਿਆਨ ਦਿੱਤਾ, ਮਨ ਸਮਝਾ, ਮੇਰਾ ਮਨ ਸਮਝ ਗਿਆ, ਤਾਂ ਉਹਦੇ ਅਰਥ ਅੱਖਰੀ ਅਰਥ ਨਹੀਂ ਹੋਣਗੇ ਉਸ ਗਿਆਨ ਦੇ। ਉਸ ਗਿਆਨ ਦੇ ਅਰਥ ਹੋਣਗੇ ਚਾਨਣ। ਹੁਣ ਚਾਨਣ ਸ਼ਬਦ ਫਿਰ ਬੁਝਾਰਤ ਹੈ। ਚਾਨਣ ਦੇ ਕੀ ਅਰਥ ਨੇ? ਚਾਨਣ ਤੇ ਆ ਵੀ ਹੈ ਲਾਈਟ ਜਗੀ। ਗੁਰ ਗਿਆਨ ਦਿਓ ਮਨ ਸਮਝਾ, ਚਾਨਣ ਨੇ ਗਿਆਨ ਦੇ ਅਰਥ, ਸੁਰਮਾ ਹੈ ਗਿਆਨ ਦੇ ਅਰਥ। ਪਰ ਚਾਨਣ ਤੇ ਜਗਤ ਵਿੱਚ ਵੀ ਬੜਾ ਹੈ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000। ਸਤਿਗੁਰੂ ਕਹਿੰਦੇ ਇੱਕ ਦੀਵੇ ਦੀ ਗੱਲ ਛੱਡ ਦੇ, ਕਿਤੇ ਤੂੰ ਬਾਹਰਲੇ ਦੀਵੇ ਜਗਾ ਕੇ 1 2 4 10 ਜਗਾ ਕੇ ਸੋਚੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੀ ਕਿ ਦੀਵਾ ਜਗਾ ਹਨੇਰਾ ਹਟੇਗਾ। ਠੀਕ ਹੈ, ਬਾਹਰ ਰਸਤਾ ਨਹੀਂ ਦਿਸਦਾ, ਲਾਈਟ ਜਗਾਉਣੀ ਚਾਹੀਦੀ, ਕੰਮ ਦੇ ਸਕਦੀ। ਕਮਰੇ ਵਿੱਚ ਹਨੇਰਾ ਹੋਵੇ, ਲਾਈਟ ਜਗਾ ਲੈਣੀ ਚਾਹੀਦੀ ਹੈ, ਦੀਵਾ ਜਗਾ ਲੈਣਾ ਚਾਹੀਦਾ। ਪਰ ਇੱਥੇ ਦੀਵੇ ਦੇ ਅਰਥ ਕੀ ਹੋਣਗੇ? ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਪਾਇਆ ਰਤਨ ਕਰਾਹੂੰ, ਦੀਵਾ ਬਾਲਿਆ ਸ੍ਰੀ ਰਾਗ। ਇੱਥੇ ਦੀਵੇ ਦੇ ਅਰਥ, ਇੱਥੇ ਚਾਨਣ ਦੇ ਅਰਥ ਕੀ ਹੋਣਗੇ? ਕਿਉਂਕਿ ਸਤਿਗੁਰੂ ਕਹਿ ਰਹੇ ਨੇ 100 ਚੰਦਰਮਾ ਚੜਿਆ। ਤੁਸੀਂ ਵੇਖਿਆ ਹੋਣਾ ਜਿੱਦਣ ਪੂਰਾ ਚੰਦਰਮਾ ਇੱਕ ਵੀ ਚੜ ਜਾਏ ਤੇ ਪੂਰਨਮਾਸ਼ੀ ਦੀ ਉਸ ਰਾਤ ਨੂੰ ਬਹੁਤ ਕੁਝ ਸਾਫ਼ ਦਿਸਦਾ ਹੈ। ਪਰ ਜਿੱਥੇ ਚੰਦਰਮਾ 100 ਚੜ ਜਾਣ ਉਹ ਤਾਂ ਬਿਲਕੁਲ ਸਾਫ਼ ਦਿਸਦਾ ਹੋਵੇਗਾ। ਸੂਰਜ ਚੜ੍ਹੈ 1000, ਇੱਕ ਸੂਰਜ ਨਹੀਂ ਮਾਣ, ਉਹਦੇ ਚੜ੍ਹਦਿਆਂ ਲਾਈਟਾਂ ਦੀ ਲੋੜ ਨਹੀਂ ਰਹਿੰਦੀ ਤੇ ਹਜ਼ਾਰਾਂ ਹੀ ਸੂਰਜ ਚੜ੍ਹ ਗਏ। ਪਰ ਸਤਿਗੁਰੂ ਕਹਿੰਦੇ ਵੇਖੋ ਬਾਹਰ ਤੇ ਦਿਸ ਸਕਦਾ ਇਹਨਾਂ ਨਾਲ, ਅੰਦਰ ਕੁਝ ਨਹੀਂ ਦਿਸਦਾ। ਬਿਲਕੁਲ ਬੜੇ ਲੋਕ ਨੇ। ਇਹਦਾ ਅਰਥ ਇਹ ਹੈ ਕਿਸੇ ਆਦਮੀ ਕੋਲ ਹਜ਼ਾਰਾਂ ਸੂਰਜਾਂ ਜਿੰਨੀ ਸਮਝ ਆ ਜਾਏ, ਪਦਾਰਥ ਆ ਜਾਣ, ਅੰਦਰੋਂ ਕੱਖ ਨਹੀਂ ਦਿਸੇਗਾ। ਸੱਚਾਈ ਤਾਂ ਇਹ ਹੈ ਸਗੋਂ ਇਸ ਚਾਨਣ ਦੇ ਵਧਣ ਦੇ ਨਾਲ ਅੰਦਰ ਹਨੇਰਾ ਹੋਰ ਗਹਿਰਾ ਹੋ ਜਾਂਦਾ ਹੈ। ਗਿਆਨ ਦਾ ਜਿਹੜਾ ਬਾਹਰੀ ਚਾਨਣ ਹੈ ਸਿਰਫ ਅੰਦਰ ਦੇ ਹਨੇਰੇ ਨੂੰ ਹੋਰ ਵਧਾ ਦਿੰਦਾ ਹੈ। ਇਸ ਕਰਕੇ ਅਨਪੜ੍ਹ ਲੋਕਾਂ ਨੂੰ ਸਤਿਗੁਰੂ ਬੜੀ ਜਲਦੀ ਸਮਝਾ ਸਕੇ। ਪੜ੍ਹਿਆ ਹੋਇਆ ਤੇ ਬਹੁਤ ਟਾਈਮ ਲਾਉਣਾ ਪਿਆ। ਹਨੇਰੇ ਨੂੰ ਇੱਕੋ ਲਾਈਟ ਨਾਲ ਖਤਮ ਕੀਤਾ ਜਾ ਸਕਦਾ ਹੈ, ਪਰ ਧੁੰਦ ਦਾ ਕੋਈ ਇਲਾਜ ਨਹੀਂ ਹੈ। ਜਿਹੜੇ ਲੋਕ ਪੜ੍ਹ ਚੁੱਕੇ ਨੇ ਔਰ ਜਿਨ੍ਹਾਂ ਦੇ ਦਿਮਾਗ ਵਿੱਚ ਸੰਸਾਰਕ ਇਲਮ ਤੇ ਵਿਦਿਆ ਵੜ ਗਿਆ ਹੈ, ਗੁਰੂ ਦੀ ਗੱਲ ਉਹਨਾਂ ਦੇ ਇੱਕ ਕੰਨ ਤੋਂ ਦੂਜੇ ਤੱਕ ਵੀ ਪਾਸ ਨਹੀਂ ਹੁੰਦੀ, ਹਿਰਦੇ ਤੱਕ ਤੇ ਜਾਣੀ ਕੀ ਹੈ। ਤੇ ਗੱਲ ਬੜੀ ਔਖੀ। ਆਪਾਂ ਕਹਿੰਦੇ ਆ ਇਸ ਬੰਦੇ ਨੇ ਕੀ ਸੁਣਨਾ ਹੈ, ਇੱਕ ਕੰਨ ਵਿੱਚੋਂ ਪਾਉਂਦਾ ਹੈ ਦੂਜੇ ਚੋਂ ਕੱਢ ਦਿੰਦਾ ਹੈ, ਵੀ ਬੜੀ ਚੰਗੀ ਗੱਲ ਜੇ।
ਇਹ ਵੀ ਭਾਗ ਸਮਝੋ ਅੱਜ ਦੇ ਜ਼ਮਾਨੇ ਵਿੱਚ, ਜਿਹੜਾ ਬੰਦਾ ਇੱਕ ਕੰਨ ਚੋਂ ਪਾ ਕੇ ਦੂਜੇ ਚੋਂ ਕੱਢ ਲੈ, ਬਹੁਤੀ ਤੇ ਹਾਲਾਤ ਹੋ ਗਈ ਕੰਨ ਖੋਲ੍ਹਦਾ ਹੀ ਕੋਈ ਨਹੀਂ ਬੰਦਾ, ਇੱਕ ਵਿੱਚ ਵੀ ਨਹੀਂ ਜਾਣ ਦਿੰਦਾ। ਚਲੋ ਪਾਸ ਤੇ ਹੋਵੇ ਘੱਟੋ ਘੱਟ, ਇੱਕ ਕੰਨ ਚੋਂ ਨਿਕਲੇ ਦੂਜੇ ਚੋਂ ਨਿਕਲ ਜਾਏ, ਰਾਹ ਤੇ ਬਣੇ ਕੁਝ ਨਾ ਕੁਝ, ਪਰ ਨਹੀਂ। ਕੰਨ ਤੇ ਇਲਮ ਨੇ, ਸੰਸਾਰਕ ਗਿਆਨ ਨੇ ਇੰਨੇ ਬੰਦ ਕਰ ਦਿੱਤੇ ਨੇ ਕਿ ਕੰਨ ਦੇ ਵਿੱਚ ਸ਼ਬਦ ਲੰਘਦਾ ਹੀ ਨਹੀਂ, ਮਨ ਤੱਕ ਕਿੱਥੋਂ ਜਾਏਗਾ। ਇਸ ਕਰਕੇ ਧੁੰਦ ਨੂੰ ਹਟਾਉਣਾ ਕਠਿਨ। ਜਿਹੜਾ ਸੰਸਾਰਕ ਇਲਮ ਨਾਲ ਮਨੁੱਖ ਭਰਿਆ ਗਿਆ ਬੜੀ ਕਠਿਨ ਹੈ ਉਹ ਗੁਰੂ ਦੀ ਗੱਲ ਸੁਣ ਲੈ। ਹਾਂ, ਇਹ ਗੱਲ ਕਹਿਣੀ ਪੈਗੀ, ਜੇ ਪੜ੍ਹਿਆ ਹੋਇਆ ਮਨੁੱਖ ਗੁਰੂ ਦੀ ਗੱਲ ਨੂੰ ਜਾਣ ਲਵੇ, ਉਹਦੀ ਸ਼ਕਤੀ ਲੱਖਾਂ ਵਿਅਕਤੀਆਂ ਜਿੰਨੀ ਹੋ ਜਾਂਦੀ ਹੈ, ਕਿਉਂਕਿ ਉਹਦੇ ਸ਼ਬਦ ਫਿਰ ਮਾਰੂ ਅਸਰ ਕਰਦੇ ਨੇ ਸੰਸਾਰ ਦੇ ਵਿੱਚ, ਲੋਕਾਂ ਨੂੰ ਸਿੱਧੇ ਰਾਹ ਤੇ ਪਾ ਸਕਦੇ ਨੇ। ਇਹਨੂੰ ਕਹਿੰਦੇ ਨੇ ਸੰਤ ਪਲੱਸ ਸਕੋਲਰ। ਪੜ੍ਹਿਆ ਹੋਇਆ ਮਨੁੱਖ ਸਕੋਲਰ ਹੈ। ਇਸ ਧਰਤੀ ਦੇ ਹੀ ਤੇ ਨਿਰਭਾਗ ਨੇ ਕਿ ਸੰਤ ਇੱਥੇ ਸਕੋਲਰ ਨਹੀਂ ਹੁੰਦਾ, ਸਕੋਲਰ ਇੱਥੇ ਸੰਤ ਨਹੀਂ ਹੁੰਦਾ। ਪੜ੍ਹੇ ਹੋਏ ਵੱਖਰੇ ਹੋ ਜਾਂਦੇ ਨੇ ਤੇ ਅਨਪੜ੍ਹ ਇੱਕ ਪਾਸੇ ਹੋ ਜਾਂਦੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਤਾਂ ਹੀ ਇਹ ਯਤਨ ਕੀਤਾ ਸੀ ਕਿ ਇੱਕੋ ਤਨ ਤੇ ਦੋ ਗਾਤਰੇ ਪਾਏ ਜਾਣ, ਇੱਕੋ ਤਨ ਤੇ ਦੋਵੇਂ ਕਿਰਪਾਨਾਂ। ਬੜਾ ਅਜੀਬ ਸੀ ਇਹ ਵਿਸ਼ਾ, ਔਰ ਮੈਂ ਬੇਨਤੀ ਕਰਾਂ ਸੀ ਤੇ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਰਫ ਇਸ ਨਜ਼ਰ ਨਾਲ ਵੇਖਿਆ ਕਿ ਸਰੀਰਕ ਤੌਰ ਤੇ ਘੁਲਦੇ ਸਨ, ਸਜਾਈ, ਬੜੇ ਤਾਕਤਵਰ ਸਨ, ਬੜੇ ਸੂਰਮੇ ਸਨ, ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ ਮੈਦਾਨੇ ਜੰਗ ਵਿੱਚ। ਪਰ ਮੈਂ ਸਮਝਦਾ ਗੁਰੂ ਹਰਗੋਬਿੰਦ ਸਾਹਿਬ ਜਿੰਨਾ ਨੀਤੀਵਾਨ ਇਸ ਜ਼ਮੀਨ ਤੇ ਕੋਈ ਅਵਤਾਰ ਲੱਭਣਾ ਹੀ ਮੁਸ਼ਕਲ ਹੈ, ਕੋਈ ਲੱਭਿਆ ਨਹੀਂ ਜਾ ਸਕਦਾ। ਜਿਨ੍ਹਾਂ ਦੀ ਚੇਤਨਾ ਇੰਨੀ ਬਰੀਕੀ ਵਿੱਚ ਚਲੀ ਗਈ, ਉਹਨਾਂ ਨੇ ਇਸ ਅੱਖ ਨਾਲ ਵੇਖਿਆ ਕਿ ਜਿਹੜਾ ਵਿਅਕਤੀ ਸੰਤ ਬਣ ਜਾਂਦਾ ਹੈ ਉਹ ਦਰਵਾਜ਼ਾ ਬੰਦ ਕਰ ਲੈਂਦਾ, ਸੰਸਾਰ ਖਾਲੀ ਹੋ ਜਾਂਦਾ ਸੰਤਾਂ ਤੋਂ। ਜਿਹੜਾ ਪੜ੍ਹਿਆ ਹੋ ਜਾਂਦਾ, ਸੁੱਕਾ ਢੋਲ ਖੜਕਾਈ ਜਾਂਦਾ, ਉਹਦੇ ਪੱਲੇ ਕੱਖ ਨਹੀਂ ਹੁੰਦਾ। ਇਸ ਕਰਕੇ ਉਹਨਾਂ ਨੇ ਮੀਰੀ ਤੇ ਪੀਰੀ ਦਾ ਜੋ ਜੋੜ ਸੀ ਇੱਕੋ ਸਰੀਰ ਤੇ ਕੀਤਾ, ਨਹੀਂ ਤੇ ਕਹਿ ਦਿੰਦੇ 100 ਸੰਤ ਬਣਾ ਲਓ ਤੇ 100 ਸਿਪਾਹੀ ਬਣਾ ਲਓ। ਧਿਆਨ ਦੇਣਾ, ਅਸੀਂ ਅਜੇ ਤੱਕ ਇਹਦੇ ਬਾਰੇ ਜਾਣਿਆ ਘੱਟ, ਬਹੁਤ ਜ਼ਿਆਦਾ। ਅਸੀਂ ਸੰਤ ਵੱਖਰੇ, ਸਿਪਾਹੀ ਵੱਖਰੇ। ਸੰਤਾਂ ਨੇ ਸਿਪਾਹੀ ਰੱਖੇ ਨੇ, ਉਹ ਸਿਪਾਹੀ ਦਾ ਕੰਮ ਕਰਨ, ਸੰਤ ਮਾਲਾ ਫੇਰਨ। ਸਤਿਗੁਰੂ ਨੇ ਨਹੀਂ ਸਿੱਖਿਆ, ਉਹਨਾਂ ਨੇ ਦੋਵੇਂ ਚੀਜ਼ਾਂ ਇੱਕੋ ਥਾਂ ਤੇ ਇਕੱਠੀਆਂ ਕਰ ਦਿੱਤੀਆਂ। ਕਹਿੰਦੇ ਇੱਕੋ ਵਕਤ ਸੰਤ ਤੇ ਸਿਪਾਹੀ ਇੱਕੋ ਸਰੀਰ ਹੋਵੇਗਾ ਤਾਂ ਕੰਮ ਚੱਲੇਗਾ। ਜੇ ਇਕੱਲਾ ਸੰਤ ਹੋਇਆ ਤਾਂ ਵੀ ਨਹੀਂ ਸਰਨਾ, ਜੇ ਸਿਪਾਹੀ ਹੋ ਗਿਆ ਤੇ ਉਹਦੀ ਤੇ ਅਕਲ ਹੀ ਨਹੀਂ ਕੰਮ ਕਰਨੀ। ਸੰਤ ਤੋਂ ਬਿਨਾਂ ਉਹਨੂੰ ਤੇ ਸਮਝ ਹੀ ਨਹੀਂ ਆਉਣੀ ਤਲਵਾਰ ਚਲਾਉਣੀ ਕਿੱਥੇ ਹੈ। ਤੇ ਇਹ ਤੇ ਕਾਰਨ ਨੇ ਅੱਜ ਗੁਰਦੁਆਰਿਆਂ ਦੇ ਵਿੱਚ ਹੀ ਕਿਉਂ ਤਲਵਾਰਾਂ ਕੱਢੀਆਂ ਜਾਂਦੀਆਂ ਨੇ, ਕਿਉਂਕਿ ਆਪਾਂ ਇਕੱਲੇ ਸਿਪਾਹੀ ਹੋ ਗਏ, ਸੰਤ ਕਿੱਥੇ ਰਿਹਾ। ਕਾਰਨ ਕੀ ਹੈ? ਜਦੋਂ ਗੁਰਦੁਆਰਿਆਂ ਦੇ ਅਹੁਦਿਆਂ ਵਾਸਤੇ ਤਲਵਾਰ ਨਿਕਲਦੀ ਹੈ, ਉਹਦਾ ਕੀ ਕਾਰਨ ਹੈ? ਉਹਦਾ ਕਾਰਨ ਹੈ ਅਸੀਂ ਇਕੱਲੇ ਸਿਪਾਹੀ ਰਹਿ ਗਏ। ਜੇ ਸੰਤ ਹੁੰਦਾ ਤੇ ਨਹੀਂ ਸੀ ਹੋਵੇਗਾ, ਕਿਉਂਕਿ ਤਲਵਾਰ ਕੱਢਣੀ ਇਹ ਤੇ ਬੜੇ ਵੱਡੇ ਥਾਂ ਦੀ ਜ਼ਰੂਰਤ ਸੀ। ਗੁਰੂ ਗੋਬਿੰਦ ਸਿੰਘ ਤਾਂ ਕਹਿੰਦੇ ਬਾਹ ਲਾਚਾਰ ਕੀ, ਲਾਚਾਰ ਹੋ ਕੇ ਚੁੱਕੀ, ਬੜੀ ਮੁਸ਼ਕਲ ਨਾਲ ਕੱਢੀ। ਗੁਰੂ ਨਾਨਕ ਦੇਵ ਜੀ 5 ਪੀੜ੍ਹੀਆਂ ਤੱਕ ਉਡੀਕ ਕਰਦੇ ਰਹੇ ਕਿ ਮੈਨੂੰ ਤਲਵਾਰ ਨਾ ਖਿੱਚਣੀ ਪਏ। ਖਿਆਲ ਰੱਖਣਾ, ਗੁਰੂ ਨਾਨਕ ਦੇਵ ਜੀ ਆਪਣਾ ਸਾਰਾ ਜੀਵਨ, ਗੁਰੂ ਅੰਗਦ ਦੇਵ ਜੀ ਦਾ ਸਾਰਾ ਜੀਵਨ, ਗੁਰੂ ਅਮਰਦਾਸ ਜੀ ਦਾ ਸਾਰਾ ਜੀਵਨ, ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਔਰ ਗੁਰੂ ਅਰਜਨ ਦੇਵ 5 ਨਾਨਕ ਹੋਏ। ਤੇ ਗੁਰੂ ਨਾਨਕ ਦੇਵ ਜੀ 5 ਗੁਰਤਾ ਗੱਦੀਆਂ ਤੇ ਬਹਿ ਕੇ ਉਡੀਕ ਕਰਦੇ ਰਹੇ, ਸਮਝਾਉਂਦੇ ਰਹੇ, ਦੱਸਦੇ ਰਹੇ ਤੇ ਬਹੁਤ ਕੁਝ ਸਮਝਾਉਣ ਵਿੱਚ ਸਫਲ ਵੀ ਹੋ ਗਏ। ਤੇ ਇਸ ਉਡੀਕ ਵਿੱਚ ਰਹੇ ਮੈਨੂੰ ਖੰਡਾ ਨਾ ਚੁੱਕਣਾ ਪਿਆ। ਇੰਨੀ ਉਡੀਕ ਵਾਕਈ ਕਰਨੀ ਚਾਹੀਦੀ ਹੈ, ਇੰਨਾ ਧੀਰਜ ਹੋਣਾ ਚਾਹੀਦਾ ਜਿਹਦੇ ਹੱਥ ਵਿੱਚ ਤਲਵਾਰ ਹੈ। 6ਵੇਂ ਜਾਮੇ ਵਿੱਚ ਅੱਕ ਕੇ ਤਲਵਾਰ ਖਿੱਚੀ, ਪਰ ਉਦੋਂ ਤੱਕ 2 ਕੰਮ ਹੋ ਚੁੱਕੇ ਸਨ। ਇੱਕ ਤੇ ਉਹ ਲੋਕ ਰਾਏ ਆਪਣੇ ਨਾਲ ਖੜੀ ਕਰ ਚੁੱਕੇ ਸਨ। ਖਿਆਲ ਰੱਖਣਾ, ਤਲਵਾਰ ਫਿਰ ਚੁੱਕੀ। ਜਿਹੜੇ ਸਫਲ ਸਿਪਾਹੀ ਨੇ ਦੁਨੀਆ ਵਿੱਚ,
ਜਿਹੜੇ ਸਫਲ ਸੂਰਮੇ ਨੇ, ਨੀਤੀਵਾਨ ਨੇ, ਉਹ ਇਸ ਚੀਜ਼ ਦੇ ਉੱਤੇ ਬੜਾ ਕੰਮ ਕਰਦੇ ਵੀ ਜਿਸ ਕੰਮ ਵਾਸਤੇ ਤਲਵਾਰ ਚੁੱਕਣੀ ਹੈ ਪਹਿਲਾਂ ਲੋਕਾਂ ਨੂੰ ਉਹਦੇ ਵਾਸਤੇ ਤਿਆਰ ਕਰ ਲਈਏ। ਕਾਹਦੇ ਵਾਸਤੇ ਚੁੱਕਣੀ ਹੈ? ਆਪ ਜੀ ਨੂੰ ਪਤਾ ਹੋਣਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਕਰੀਆ ਜਹਾਂਗੀਰ ਨੂੰ ਕਿਉਂ ਰਿਹਾ ਕਰਨਾ ਪਿਆ? ਉਹਦੇ ਕੀ ਕਾਰਨ ਸਨ? ਜਦੋਂ ਉਹਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਸੀ ਤੇ ਜਹਾਂਗੀਰ ਨੇ ਪੱਕੇ ਸਾਈਨ ਕਰ ਦਿੱਤੇ ਸਨ ਵੀ ਗੁਰੂ ਹਰਗੋਬਿੰਦ ਸਾਹਿਬ ਇੱਥੋਂ ਹੁਣ ਜਿੰਦਾ ਨਹੀਂ ਆਉਣਗੇ ਵਾਪਸ, ਪੱਕਾ ਬੰਦੋਬਸਤ ਸੀ। ਪਰ ਕਿਉਂ ਛੱਡਣਾ ਪਿਆ? ਕੀ ਕਾਰਨ ਸੀ? ਉਹਦਾ ਕਾਰਨ ਇੱਕ ਬਹੁਤ ਵੱਡਾ ਸੀ ਕਿ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਬਗਾਵਤ ਉੱਠ ਖਲੋਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਮਾਇਤ ਵਿੱਚ। ਆ ਪ੍ਰਭਾਤ ਫੇਰੀਆਂ ਤੇ ਸ਼ਬਦ ਚੌਂਕੀਆਂ ਦਾ ਸੰਚਾਲਨ ਹੀ ਉੱਥੋਂ ਹੋਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਸਨ। ਇਹਨਾਂ ਦੀ ਸ਼ੁਰੂਆਤ ਸ਼ਬਦ ਚੌਂਕੀਆਂ ਦੀ ਜਾਂ ਇਹਨਾਂ ਫੇਰੀਆਂ ਦੀ ਜਾਂ ਜਿਹੜੇ ਮਾਰਚ ਨੇ ਇਹਨਾਂ ਦੀ ਸ਼ੁਰੂਆਤ ਕਰਨ ਵਾਲੀ ਦੋ ਨੇ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ। ਪਹਿਲੀ ਚੌਂਕੀ ਦਰਬਾਰ ਸਾਹਿਬ ਦੀ ਪਰਿਕਰਮਾ ਤੇ ਨਿਕਲੀ। ਚੌਂਕੀ ਕੋਈ ਇਕੱਲਾ ਧਾਰਮਿਕ ਕਾਰਜ ਨਹੀਂ ਸੀ, ਉਹ ਲੋਕਾਂ ਨੂੰ ਇਹ ਖਬਰ ਦੇਣ ਵੱਲ ਲਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ। ਫਿਰ ਇਹ ਦਰਬਾਰ ਸਾਹਿਬ ਤੋਂ ਹਰ ਇੱਕ ਪਿੰਡ ਵਿੱਚ ਚੱਲੀ, ਫਿਰ ਹਰ ਇੱਕ ਪਿੰਡ ਤੋਂ ਹਰ ਇੱਕ ਘਰ ਵਿੱਚ ਗਈ। ਤੇ ਜਦੋਂ ਜਹਾਂਗੀਰ ਨੂੰ ਖਬਰ ਮਿਲੀ, ਮੁਰਤਜ਼ਾ ਖਾਨ ਨੇ ਖਬਰ ਦਿੱਤੀ ਕਿ ਜਹਾਂਗੀਰ ਔਰੰਗਜ਼ੇਬ ਨੂੰ, ਵਾਹਿਗੁਰੂ ਜਹਾਂਗੀਰ ਨੂੰ ਖਬਰ ਮਿਲੀ ਕਿ ਸਾਨੂੰ ਛੱਡ ਦੇਣਾ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਨੂੰ, ਨਹੀਂ ਤੇ ਸਾਰਾ ਪੰਜਾਬ ਉੱਠ ਕੇ ਖੜਾ ਹੋ ਗਿਆ, ਬਗਾਵਤ ਕਰ ਦੇਣਗੇ। ਇਹ ਕਿਉਂ ਹੋਇਆ? ਇਹਦਾ ਕਾਰਨ ਸੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਲੋਕਾਂ ਦੇ ਵਿੱਚ ਵਿਚਰ ਕੇ ਸਤਿਗੁਰਾਂ ਨੇ ਕੰਮ ਕੀਤਾ। ਲੋਕਾਂ ਦੇ ਵਿੱਚ ਵਿਚਰੇ, ਸਿੱਧੇ ਸਿਪਾਹੀ ਨਹੀਂ ਬਣੇ। ਤਲਵਾਰ ਚੁੱਕਣ ਵਾਸਤੇ ਪਹਿਲਾਂ ਲੋਕਾਂ ਵਿੱਚ ਆਧਾਰ ਚਾਹੀਦਾ ਸੀ ਤੇ 5 ਪਾਤਸ਼ਾਹੀਆਂ ਤੱਕ ਉਡੀਕ ਕੀਤੀ ਗੁਰੂ ਨਾਨਕ ਨੇ ਤੇ ਉਹਦੇ ਤੋਂ ਬਾਅਦ ਤਲਵਾਰ ਚੁੱਕੀ। ਤੇ ਸਤਿਗੁਰੂ ਨੇ ਇੱਕ ਕਿਹਾ ਸੀ, ਮੈਨੂੰ ਘੋੜੇ ਤੇ ਜਵਾਨੀ ਚਾਹੀਦੀ ਹੈ, ਬਿਨਾਂ ਬੁਲਾਉਣ ਤੋਂ ਲੋਕ ਆਏ, ਹਮਾਇਤ ਕੀਤੀ ਗਈ। ਤਾਂ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਉਡੀਕ ਸੰਤ ਤੇ ਸਿਪਾਹੀ ਇੱਕੋ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਏ। ਉਹਦਾ ਮਤਲਬ ਇਹ ਸੀ ਸੰਤ ਉਡੀਕ ਕਰਦਾ ਹੈ, ਤਲਵਾਰ ਨੂੰ ਤੇ ਕੱਢਦਾ ਹੀ ਨਹੀਂ ਉਡੀਕ ਕਰਨ ਤੋਂ ਬਿਨਾਂ। ਬੜੀ ਲੰਮੀ ਉਡੀਕ ਤੋਂ ਬਾਅਦ ਫਿਰ ਤਲਵਾਰ ਕੱਢਦਾ ਹੈ। ਔਰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ, ਸੰਤ ਦੀ ਤਲਵਾਰ ਜਿੰਨਾ ਚਿਰ ਮਿਆਨ ਦੇ ਵਿੱਚ ਜ਼ੁਲਮ ਸਹਿੰਦੀ ਏ, ਜਿੱਦਣ ਨਿਕਲਦੀ ਉਹਦੀ ਸ਼ਕਤੀ ਉਨੀ ਜ਼ਿਆਦਾ ਵੱਧ ਜਾਂਦੀ ਹੈ ਜਿੰਨਾ ਜ਼ੁਲਮ ਸਹਿੰਦੀ ਰਹਿੰਦੀ। ਤੇ ਜੇ ਉਹ ਪਹਿਲੇ ਦਿਨ ਹੀ ਬਾਹਰ ਨਿਕਲ ਆਵੇ, ਇਹ ਕੋਈ ਮਾੜੀ ਮੋਟੀ ਚੀਜ਼ ਨਹੀਂ ਸੀ ਜਿਹਨੂੰ ਹਰ ਇੱਕ ਥਾਂ ਤੇ ਅਸੀਂ ਕੱਢ ਕੇ ਬੈਠ ਜਾਂਦੇ ਹਾਂ, ਤਾਂ ਫਿਰ ਉਹਦੇ ਪੱਲੇ ਕੱਖ ਨਹੀਂ, ਉਹਦੇ ਵਿੱਚ ਕੋਈ ਤਾਕਤ ਨਹੀਂ। ਫਿਰ 10ਵੇਂ ਪਾਤਸ਼ਾਹ ਨੇ 4 ਪਾਤਸ਼ਾਹੀਆਂ ਤੱਕ ਫਿਰ ਉਡੀਕ ਕੀਤੀ ਕਿ ਸ਼ਾਇਦ ਤਲਵਾਰ ਨਾ ਕੱਢਣੀ ਪਏ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਣ ਮੈਨੂੰ ਕੱਢਣੀ ਪਈ ਹੈ, ਲੋੜ ਪੈ ਗਈ। ਮੈਂ ਆਪਣੇ ਵਿਸ਼ੇ ਵੱਲ ਮੁੜਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਤਲਵਾਰਾਂ ਸੰਤ ਤੇ ਸਿਪਾਹੀ ਦੀਆਂ, ਸੰਤ ਤੇ ਸਕਾਲਰ ਦੀਆਂ ਪਵਾ ਦਿੱਤੀਆਂ, ਧਰਮ ਤੇ ਰਾਜਨੀਤੀ ਨੂੰ ਇਹ ਕਿਹਾ। ਔਰ ਤੁਸੀਂ ਵੇਖੋਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੇ 2 ਨਿਸ਼ਾਨ ਸਾਹਿਬ ਨੇ, ਉਹਨਾਂ ਦੀ ਉਚਾਈ ਵਿੱਚ ਵੀ ਫਰਕ ਹੈ। ਧਰਮ ਦਾ ਨਿਸ਼ਾਨ ਉੱਚਾ ਹੈ, ਰਾਜਨੀਤੀ ਦਾ ਨਿਸ਼ਾਨ ਨੀਵਾਂ ਹੈ। ਤੇ ਆਪ ਜੀ ਨੇ ਧਿਆਨ ਰੱਖਣਾ ਕਿਤੇ ਰਾਤੋਂ ਰਾਤ ਕੋਈ ਉੱਚਾ ਨਾ ਕਰ ਜਾਏ। ਹੁਣ ਇਹ ਵੀ ਹੋ ਸਕਦਾ ਹੈ, ਕਿਉਂਕਿ ਹੋ ਸਕਦਾ ਹੁਣ ਬਾਹਰ ਤੇ ਹੋ ਚੁੱਕਾ ਹੈ ਨਾ, ਬਾਹਰਲੇ ਖੇਤਰ ਵਿੱਚ ਤੇ ਰਾਜਨੀਤੀ ਪ੍ਰਧਾਨ ਹੀ ਹੈ। ਧਾਰਮਿਕ ਅਹੁਦਿਆਂ ਨੂੰ ਜਦੋਂ ਮਰਜ਼ੀ ਬਦਲਿਆ ਜਾ ਸਕਦਾ ਹੈ, 1 ਮਿੰਟ ਵਿੱਚ। ਰਾਜਨੀਤਿਕ ਹੱਥਾਂ ਦੇ ਵਿੱਚ ਸ਼ਕਤੀ ਹੈ, ਉਹ ਬਦਲ ਸਕਦੇ ਨੇ, ਔਰ ਅਸੀਂ ਪ੍ਰਵਾਨ ਕਰੀ ਜਾ ਰਹੇ ਹਾਂ। ਅਸੀਂ ਧਰਮ ਦੀ ਸਾਰੀ ਸ਼ਕਤੀ ਰਾਜਨੀਤਿਕ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤੀ ਹੈ। ਉਹਨਾਂ ਦੇ ਹੱਥ ਵਿੱਚ ਸਾਈਨ ਕਰਨਗੇ ਤੇ ਤਾਂ ਮੁੱਖ ਗ੍ਰੰਥੀ ਲੱਗੇਗਾ, ਸਾਈਨ ਹੋਣਗੇ ਤੇ ਤਾਂ ਜਥੇਦਾਰ ਸਾਹਿਬ ਲੱਗਣਗੇ ਉੱਥੇ। ਉਹਨਾਂ ਦੇ ਕੋਲ ਕੀ ਹੈ? ਅਸੀਂ ਦੋਸ਼ ਤਾਂ ਉਹਨਾਂ ਦਾ ਕੱਢੀ ਜਾ ਰਹੇ ਹਾਂ ਵੀ ਉਹ ਕਰਦੇ ਕੁਝ ਨਹੀਂ, ਉਹ ਕਰ ਸਕਦੇ ਵੀ ਕੀ ਨਹੀਂ। ਉਹਨਾਂ ਦੇ ਹੱਥਾਂ ਵਿੱਚ ਤਾਕਤ ਖੋਹ ਲਈ ਗਈ, ਖਤਮ ਕਰ ਦਿੱਤੀ ਗਈ ਹੈ। ਇਸ ਕਰਕੇ ਮੈਂ ਕਹਿ ਰਿਹਾ, ਭਾਵੇਂ ਕਿ ਧਰਮ ਦਾ ਨਿਸ਼ਾਨ ਉੱਚਾ ਹੈ ਉੱਥੇ, ਪਰ ਹੋ ਸਕਦਾ ਹੈ ਕਿਤੇ ਰਾਤੋਂ ਰਾਤ ਉਹਨੂੰ ਲੋਕ ਧਰਮ ਦੇ ਨਿਸ਼ਾਨ ਸਾਹਿਬ ਨੂੰ ਨੀਵਾਂ ਕਰਕੇ ਦੂਜਾ ਉੱਚਾ ਕਰ ਜਾਣ।
ਇਹ ਵਾਪਰ ਸਕਦਾ। ਇਸ ਕਰਕੇ ਦੋ ਚੀਜ਼ਾਂ ਸਾਂਝੀਆਂ ਕੀਤੀਆਂ। ਮੈਂ ਸ਼ਬਦ ਦੇ ਨੇੜੇ ਆਉਣ ਦਾ ਯਤਨ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਇਹਨਾਂ ਸ਼ਬਦਾਂ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਧੁੰਦ ਦੀ, ਗਿਆਨ ਦੀ, ਚਾਨਣ ਦੀ। ਉਸ ਵਿਸ਼ੇ ਦੇ ਨੇੜੇ ਪਹੁੰਚੀਏ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਗੁਰੂ ਨੇ ਮੈਨੂੰ ਗਿਆਨ ਦਿੱਤਾ, ਗੁਰੂ ਰਾਮਦਾਸ ਜੀ ਕਹਿੰਦੇ ਕਿ ਗੁਰੂ ਅਮਰਦਾਸ ਜੀ ਨੇ ਜਦੋਂ ਮੈਨੂੰ ਗਿਆਨ ਦਿੱਤਾ ਤੇ ਉਹਦੇ ਤੋਂ ਬਾਅਦ ਮੇਰਾ ਮਨ ਸਮਝਿਆ। ਉਸ ਗਿਆਨ ਦੇ ਅਰਥ ਇਕੱਲੇ ਅੱਖਰੀ ਅਰਥ ਨਹੀਂ ਸਨ, ਉਸ ਗਿਆਨ ਦੇ ਅਰਥ ਸਨ ਚਾਨਣ ਦਿੱਤਾ ਮੇਰੇ ਗੁਰੂ ਨੇ, ਤੇ ਚਾਨਣ ਦੇ ਤੀਜੇ ਅਰਥ ਨੇ ਵਿਸ਼ਵਾਸ ਦਿੱਤਾ ਮੇਰੇ ਗੁਰੂ ਨੇ। ਚਾਨਣ ਦੇ ਅਰਥ ਵਿਸ਼ਵਾਸ ਬਣਦੇ ਨੇ। ਇਹ ਬੜੇ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਸਾਰੀ ਉਮਰ ਵੀ ਪੜ੍ਹਦੇ ਰਹੀਏ, ਇਹਨਾਂ ਦੇ ਅਰਥ ਹੱਥ ਪੱਲੇ ਬਿਲਕੁਲ ਨਹੀਂ ਲੱਗਣਗੇ। ਆ ਜਦੋਂ ਵੀ ਗੁਰਪੁਰਬ ਆਉਂਦਾ ਹੈ, ਬਾਹਰ ਲੜੀਆਂ ਲਮਕਾਈਆਂ ਜਾਂਦੀਆਂ ਨੇ, ਦੀਪਮਾਲਾ ਕੀਤੀ ਜਾਂਦੀ, ਉਹਦਾ ਅਰਥ ਤੇ ਸਿਰਫ ਇੱਕੋ ਹੈ। ਅਸੀਂ ਕਹਿੰਦੇ ਹਾਂ ਚਾਨਣ ਦੇ ਅਰਥ ਖੁਸ਼ੀ ਨੇ। ਚਾਨਣ ਦੇ ਅਰਥ ਖੁਸ਼ੀ ਨਹੀਂ, ਚਾਨਣ ਦੇ ਅਰਥ ਵਿਸ਼ਵਾਸ ਨੇ। ਜਿਸ ਬੰਦੇ ਦੇ ਮਨ ਵਿੱਚ ਗੁਰੂ ਦਾ ਵਿਸ਼ਵਾਸ ਆ ਜਾਏ, ਉਹਦੇ ਮਨ ਦੇ ਵਿੱਚ ਚਾਨਣ ਜਗ ਪੈਂਦਾ ਹੈ। ਆਪਾਂ ਹੁਣੇ ਵੇਖ ਸਕਦੇ ਹਾਂ, ਜੇ ਨਹੀਂ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਸੁਣਿਆ ਅੰਦਰ ਹਿੱਲੀ ਜਾਂਦਾ ਸਾਡਾ, ਬੇਵਿਸ਼ਵਾਸੀ, ਕਿਉਂਕਿ ਅਸੀਂ ਤਿਆਰ ਨਹੀਂ, ਸਾਡਾ ਵਿਸ਼ਵਾਸ ਹੀ ਨਹੀਂ ਹੈ। ਚਾਨਣ ਦੇ ਅਰਥ ਨੇ ਵਿਸ਼ਵਾਸ। ਤੇ ਕਿਸੇ ਸਿੱਖ ਨੇ ਉਸ ਦਿਨ ਹੀ ਗੁਰਪੁਰਬ ਮਨਾਇਆ ਜਦੋਂ ਉਹਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵਿਸ਼ਵਾਸ ਜਾਗ ਪਿਆ। ਫਿਰ ਉਹ ਦੀਵਾ ਬਾਹਰੋਂ ਬਾਲੇ ਨਾ ਬਾਲੇ ਇੱਕੋ ਹੀ ਗੱਲ ਹੈ। ਨਹੀਂ ਤਾਂ ਹਜ਼ਾਰਾਂ ਵਾਰੀ ਅਸੀਂ ਗੁਰਪੁਰਬ ਮਨਾਏ ਨੇ, ਪਰ ਸਾਡੇ ਵਿੱਚ ਵਿਸ਼ਵਾਸ ਤੇ ਨਹੀਂ ਆਇਆ। ਵਿਸ਼ਵਾਸ ਆਉਂਦਾ ਤੇ ਦਿਸ ਪੈਂਦਾ ਸਾਡੇ ਚਿਹਰੇ ਮੋਹਰੇ ਤੋਂ, ਸਾਡੇ ਜੀਵਨ ਵਿੱਚੋਂ ਪਤਾ ਲੱਗ ਜਾਣਾ ਸੀ ਵੀ 10 ਪਾਤਸ਼ਾਹਾਂ ਨੇ ਜੋ ਕੁਝ ਕੀਤਾ ਉਹ ਠੀਕ ਸੀ। ਜੇ ਠੀਕ ਸੀ ਤੇ ਅਸੀਂ ਉਹਨੂੰ ਅਖਤਿਆਰ ਕਰ ਲਿਆ, ਪ੍ਰਵਾਨ ਕਰ ਲਿਆ। ਜੇ ਪ੍ਰਵਾਨ ਨਹੀਂ ਕੀਤਾ, ਇਹਦਾ ਮਤਲਬ ਇੱਕੋ ਹੈ, ਸਾਨੂੰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਜੋ ਕੁਝ ਉਹਨਾਂ ਸਾਨੂੰ ਦਿੱਤਾ ਹੈ, ਸਾਨੂੰ ਉਹਦੇ ਤੇ ਕੋਈ ਸ਼ੱਕ ਹੈ, ਬੇਵਿਸ਼ਵਾਸੀ ਹੈ, ਹਨੇਰੇ ਵਿੱਚ ਹਾਂ। ਜੇ ਹਨੇਰਾ ਨਾ ਹੁੰਦਾ, ਬੇਵਿਸ਼ਵਾਸੀ ਨਾ ਹੁੰਦੀ, ਤੇ ਅਸੀਂ ਕਦੇ ਦੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਹੁੰਦੇ। ਇਸ ਕਰਕੇ ਧੁੰਦ ਜਿਹੜੀ ਹੈ, ਜਿੰਨਾ ਜਗਤ ਦਾ ਇਲਮ, ਸੰਸਾਰ ਦਾ ਗਿਆਨ ਤੇ ਹੰਕਾਰ ਵੱਧ ਜਾਏ, ਓਨਾ ਹੀ ਇਸ ਜਗਤ ਦੇ ਅੰਦਰ ਗੁਰੂ ਤੇ ਵਿਸ਼ਵਾਸ ਕਰਨਾ ਬਹੁਤ ਕਠਿਨ ਹੁੰਦਾ ਹੈ, ਬਹੁਤ ਔਖਾ ਹੁੰਦਾ ਹੈ। ਐਸੇ ਲੋਕ ਸਤਿਗੁਰਾਂ ਦੇ ਕੋਲ ਵੀ ਆਏ। ਅਸੀਂ ਅੱਜ ਕਹਿੰਦੇ ਹਾਂ ਜੇ 10 ਗੁਰੂ ਸਾਡੇ ਕੋਲ ਹੁੰਦੇ, ਕਈ ਗੁਰਸਿੱਖ ਕਹਿੰਦੇ ਉਹ ਸਮਾਂ ਬਹੁਤ ਚੰਗਾ ਸੀ। ਕਹਿੰਦੇ ਜੇ ਗੁਰੂ ਨਾਨਕ ਦੇਵ ਜੀ ਹੁੰਦੇ, ਕਹਿੰਦੇ ਅਸੀਂ ਸਿੱਖੀ ਬਹੁਤ ਕਮਾਣੀ ਸੀ। ਜੇ ਗੁਰੂ ਗੋਬਿੰਦ ਸਿੰਘ ਦੇ ਵਕਤ ਆਪਾਂ ਹੁੰਦੇ, ਯਾਦ ਰੱਖੀਏ ਸਤਿਗੁਰ ਮੇਰਾ ਸਦਾ ਸਦਾ, ਇਹਦੇ ਕੀ ਅਰਥ ਨੇ? ਗੁਰੂ ਤੇ ਇਸ ਜ਼ਮੀਨ ਤੇ ਸਦਾ ਹੀ ਹੈ। ਅਸੀਂ ਗੈਰ ਹਾਜ਼ਰ ਹੋ ਗਏ ਹਾਂ। ਅਸੀਂ ਉਹ ਅੱਖ ਧੁੰਦਲੀ ਕਰ ਲਈ ਜਿਹਦੇ ਨਾਲ ਗੁਰੂ ਨੂੰ ਵੇਖਿਆ ਜਾ ਸਕਦਾ। ਕਿਸੇ ਨੇ ਇਹਦਾ ਬਹੁਤ ਸੋਹਣਾ ਜਵਾਬ ਦਿੱਤਾ ਹੈ, ਮੈਂ ਸੁਣਿਆ, ਆਪ ਜੀ ਨਾਲ ਸਾਂਝਾ ਕਰਦਿਆਂ। ਕੋਈ ਸਿੱਖ ਕਹਿ ਰਿਹਾ ਸੀ ਕਿਸੇ ਬਖਸ਼ੇ ਹੋਏ ਨੂੰ, ਉਹ ਸਮਾਂ ਚੰਗਾ ਸੀ ਜਦੋਂ ਗੁਰੂ ਨਾਨਕ ਦੇਵ ਜੀ ਸਨ, ਕਿਤੇ ਆਪਾਂ ਉਸ ਵਕਤ ਹੁੰਦੇ। ਤੇ ਉਹਨਾਂ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ, ਕਹਿਣ ਲੱਗੇ ਸਿੱਖਾ, ਜੇ ਤੂੰ ਗੁਰੂ ਨਾਨਕ ਦੇਵ ਦੇ ਟਾਈਮ ਹੁੰਦਾ ਤੇ ਇਕੱਲੇ ਗੁਰੂ ਨਾਨਕ ਨੂੰ ਮਿਲਦਾ, ਪਰ ਤੂੰ ਆਪਣੇ ਮਨ ਨੂੰ ਜਗਾ ਕੇ ਤੇ ਵੇਖ ਤੂੰ ਕਿੰਨਾ ਭਾਗਸ਼ਾਲੀ ਹੈ। ਉਹ ਸਿੱਖ ਤੇ ਇਕੱਲੇ ਇਕੱਲੇ ਗੁਰੂ ਨੂੰ ਮਿਲੇ, ਤੂੰ ਤੇ 10 ਨੂੰ ਇਕੱਠਾ ਮਿਲ ਸਕਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਪਰ ਤੇਰੀ ਬੇਵਿਸ਼ਵਾਸੀ ਤੈਨੂੰ ਹਿਲਾਈ ਜਾ ਰਹੀ ਹੈ। ਤੇਰੇ ਅੰਦਰ ਹਨੇਰਾ ਹੈ, ਸ਼ੰਕਿਆਂ ਦਾ ਹੜ੍ਹ ਆਇਆ ਹੋਇਆ ਹੈ, ਸ਼ੱਕ ਨਾਲ ਭਰਿਆ ਹੋਇਆ ਹੈ। ਤੂੰ ਸ਼ੱਕ ਕਰਨਾ ਸੀ ਆਪਣੇ ਮਨ ਤੇ, ਵਿਸ਼ਵਾਸ ਕਰਨਾ ਸੀ ਗੁਰੂ ਤੇ, ਪਾਸਾ ਪਲਟ ਕੇ ਰੱਖ ਦਿੱਤਾ। ਸ਼ੱਕ ਕਰ ਲਿਆ ਗੁਰੂ ਤੇ, ਵਿਸ਼ਵਾਸ ਕਰ ਲਿਆ ਮਨ ਤੇ, ਦੂਸਰੇ ਪਾਸੇ ਚਲਾ ਗਿਆ। ਸ਼ੱਕ ਉਦੋਂ ਵੀ ਸੀ ਜਦੋਂ ਸਾਹਮਣੇ ਦੇਹ ਵਿੱਚ ਗੁਰੂ ਨੂੰ ਵੇਖਿਆ। ਜੇ ਸ਼ੱਕ ਨਾ ਹੁੰਦਾ ਤੇ ਦੌਲਤ ਖਾਂ, ਤੁਸੀਂ ਕਦੀ ਸੋਚੋ ਗੁਰੂ ਕੋਲੋਂ 10 ਰੁਪਈਆ ਪਿੱਛੇ ਹਿਸਾਬ ਲੈਂਦਾ। ਜੇ ਸ਼ੱਕ ਨਾ ਹੁੰਦਾ, ਅੱਜ ਸਾਨੂੰ ਕੋਈ ਕਹੇ ਵੀ 20 ਰੁਪਈਆ ਪਿੱਛੇ ਗੁਰੂ ਖੁਸ਼ ਕੀਤਾ ਜਾ ਸਕਦਾ।
ਜੇ ਸ਼ੱਕ ਨਾ ਹੁੰਦਾ ਤੇ 20 ਰੁਪਈਆਂ ਪਿੱਛੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਉਹਨਾਂ ਨੂੰ ਚਪੇੜ ਕਿਉਂ ਮਾਰਦੇ? ਸ਼ੱਕ ਤੇ ਹੈ ਹੀ ਸੀ ਨਾ। ਕਿੱਥੇ ਪੈਦਾ ਹੁੰਦਾ ਵਿਸ਼ਵਾਸ? ਵਿਸ਼ਵਾਸ ਕੱਲੇ ਗੁਰੂ ਦੇ ਸਿਰ ਤੇ ਨਹੀਂ ਖੜਾ, ਵਿਸ਼ਵਾਸ ਬੰਦੇ ਦੇ ਆਪਣੇ ਮਨ ਤੇ ਖੜਾ ਹੈ। ਉਹਦਾ ਮਨ ਕਿਵੇਂ ਦਾ ਹੈ? ਦੌਲਤ ਖਾਂ ਗੁਰੂ ਨਾਨਕ ਦੇਵ ਜੀ ਦਾ ਸੇਵਕ ਬਣ ਚੁੱਕਾ ਸੀ, ਮੁਰੀਦ ਬਣ ਚੁੱਕਾ ਸੀ। ਬਣਨ ਤੋਂ ਬਾਅਦ ਭਰੋਸਾ ਵੀ ਸੀ, ਜਾਣਦਾ ਸੀ ਗੁਰੂ ਨਾਨਕ ਦੇਵ ਜੀ ਆਮ ਮਨੁੱਖ ਨਹੀਂ। ਕਈ ਵਾਰੀ ਝੁਕਿਆ ਸੀ, ਕਈ ਵਾਰੀ ਉਹਨੇ ਬਖਸ਼ਾਂ ਪ੍ਰਾਪਤ ਕੀਤੀਆਂ, ਪਰ ਇਸ ਦੁਨੀਆ ਤੇ ਇੱਕ ਸ਼ਖਸੀਅਤ ਹੁੰਦੀ ਹੈ, ਉਹਦਾ ਮੈਂ ਆਪ ਜੀ ਨਾਲ ਥੋੜਾ ਜਿਹਾ ਸਾਂਝਾ ਕਰ ਦਿਆਂ। ਉਹਨੂੰ ਸੂਰਜ ਪ੍ਰਕਾਸ਼ ਵਿੱਚ ਲਿਖਿਆ ਪਿਸਨ, ਉਹਨੂੰ ਲਿਖਿਆ ਚੁਗਲਖੋਰ। ਉਹਦੇ ਵਿੱਚ ਪਰਮਾਤਮਾ ਨੇ ਬੜੀ ਬਰਕਤ ਪਾਈ ਹੈ। ਜਿਹੜਾ ਆਦਮੀ ਇੱਕ ਥਾਂ ਤੋਂ ਦੂਜੇ ਥਾਂ ਤੇ ਗੱਲ ਕਰਦਾ ਹੈ ਨਾ, ਉਹਨੂੰ ਕੋਈ ਬਖਸ਼ਿਸ਼ ਜਾਂ ਵਰ ਪ੍ਰਾਪਤ ਹੈ, ਚੰਗਾ ਭਲਾ ਆਦਮੀ ਵੀ ਉਹਦੀ ਗੱਲ ਮੰਨ ਲੈ। ਗੁਰੂ ਨਾਨਕ ਦੇਵ ਜੀ ਤੇ ਭਰੋਸਾ ਸੀ ਦੌਲਤ ਖਾਂ ਨੂੰ। ਇੱਕ ਵਿਚਲਾ ਆਦਮੀ ਗਿਆ, ਦੌਲਤ ਖਾਂ ਨੂੰ ਮਿਲਿਆ, ਉਹਨੇ ਕਿਹਾ, ਦੌਲਤ ਖਾਂ ਜਿਹਦਾ ਤੂੰ ਸੇਵਕ ਬਣਿਆ ਫਿਰਨਾ, ਤੈਨੂੰ ਪਤਾ ਹੈ ਤੇਰੀ ਦੁਕਾਨ ਉਹਨੇ ਲੁਟਾ ਦਿੱਤੀ, ਮੋਦੀ ਖਾਨਾ ਤੇਰਾ ਕਹੇ। ਇੱਕ ਵਾਰੀ ਤੇ ਅੰਦਰੋਂ ਮਨ ਬੋਲਿਆ ਸ਼ਰਧਾ ਵਾਲਾ ਵੀ ਨਹੀਂ, ਗੁਰੂ ਨਾਨਕ ਇਸ ਤਰ੍ਹਾਂ ਨਹੀਂ ਕਰ ਸਕਦੇ, ਘਾਟਾ ਨਹੀਂ ਪਏਗਾ। ਪਰ ਕਿੱਥੇ ਹੁਣ ਚੁਗਲਖੋਰ ਨੂੰ ਵਰ ਹੈ। ਤੁਸੀਂ ਕਦੀ ਵੇਖਣਾ ਕਈ ਮਿੱਤਰਾਂ ਦੀ ਕਈ ਸਾਲਾਂ ਤੋਂ ਸਾਂਝ ਹੋਵੇ, ਇੱਕ ਵਿੱਚ ਆਦਮੀ ਵੜ ਗਿਆ, ਚੁਗਲਖੋਰ ਵੜ ਗਿਆ, ਤੋੜ ਕੇ ਰੱਖ ਦੇਗਾ ਸਭ ਕੁਝ, ਤਾਰੋ ਪੀੜ ਕਰ ਦੇਗਾ। ਉਹਦੇ ਵਿੱਚ ਇਸ ਤਰ੍ਹਾਂ ਦੀ ਝੂਠ ਬੋਲਣ ਦੀ ਸ਼ਕਤੀ ਹੁੰਦੀ ਹੈ, ਸਮਰੱਥਾ ਹੁੰਦੀ ਹੈ। ਔਰ ਮੈਂ ਵੀ ਬੇਨਤੀ ਕਰਦਿਆਂ ਰਹਿਤਨਾਮਿਆਂ ਦੇ ਵਿੱਚ ਧਿਆਨ ਰੱਖਣਾ। ਚੰਗੀ ਗੱਲ ਹੈ ਅਸੀਂ ਪਾਠ ਲੰਬੇ ਕਰੀਏ, ਪਰ ਮੈਂ ਇੱਕ ਗੱਲ ਆਪ ਜੀ ਨਾਲ ਸਾਂਝੀ ਕਰ ਦੇਣੀ ਚਾਹੁੰਦਾ। ਜੇ ਅਸੀਂ ਇਸ ਪ੍ਰਤੀ ਸੁਚੇਤ ਨਾ ਹੋਏ, ਮੈਂ ਸਮਝਣਾ 1 ਸਾਲ ਦਾ ਕੀਤਾ ਪਾਠ ਇੱਕ ਦਿਨ ਵਿੱਚ ਨਸ਼ਟ ਹੋ ਸਕਦਾ ਹੈ। ਉਹ ਇੱਕ ਕਾਰਨ ਹੈ। ਰਹਿਤਨਾਮਿਆਂ ਵਿੱਚ ਲਿਖਿਆ ਹੈ, ਸਿੱਖ ਦੀ ਕੰਡੂ ਪਿੱਛੇ ਨਿੰਦਾ ਕਰੇ ਔਰ ਚੁਗਲੀ ਕਰਕੇ ਕਾਜ ਵਿਗਾੜੇ, ਸੋ ਤਨਖਾਹੀਆ ਹੈ। ਜਿਹੜਾ ਸਿੱਖ ਦੋ ਸਿੱਖਾਂ ਦੇ ਵਿੱਚ ਝੂਠ ਬੋਲ ਕੇ ਉਹਨਾਂ ਦਾ ਆਪਸ ਵਿੱਚ ਝਗੜਾ ਪਾਉਂਦਾ ਹੈ, ਹਜ਼ੂਰ ਕਹਿੰਦੇ ਮੈਂ ਉਹਨੂੰ ਪ੍ਰਵਾਨ ਨਹੀਂ ਕਰਾਂਗਾ। ਉਹਨੇ ਕੀਤਾ ਕਰਾਇਆ ਸਾਰਾ ਗਿਆ, ਉਸਦਾ ਚਲਾ ਗਿਆ, ਖਤਮ ਹੋ ਗਿਆ, ਨਸ਼ਟ ਹੋ ਗਿਆ। ਉਹਦੇ ਕੋਲ ਕੋਈ ਗੁਣ ਨਹੀਂ ਬਚਿਆ, ਉਹਨੇ ਚੁਗਲੀ ਕਰਕੇ ਗਵਾ ਦਿੱਤਾ। ਤੇ ਮੈਂ ਜਦੋਂ ਇਹ ਚੀਜ਼ ਪੜ੍ਹਨਾ, ਮੈਨੂੰ ਇੰਝ ਲੱਗਦਾ ਵੀ ਆਪਾਂ ਤੇ ਜੇ ਕੀਤਾ ਵੀ ਨਹੀਂ ਹੁੰਦਾ ਸਵੇਰੇ, ਆਪਾਂ ਤੇ ਪਹਿਲਾਂ ਹੀ ਕਰਜ਼ਾ ਇਕੱਠਾ ਕਰ ਲੈਂਦੇ ਹਾਂ, ਇਹ ਚੀਜ਼ਾਂ ਪਹਿਲਾਂ ਇਕੱਠੀਆਂ ਕਰ ਲੈਂਦੇ ਹਾਂ। ਇਸ ਕਰਕੇ ਦੌਲਤ ਖਾਂ ਦੇ ਕੋਲ ਜਾ ਕੇ ਚੁਗਲੀ ਕੀਤੀ, ਉਹ ਮੰਨ ਗਿਆ ਤੇ ਸਤਿਗੁਰਾਂ ਨੂੰ ਬੁਲਾ ਲਿਆ, ਕਹਿਣ ਲੱਗੇ ਹਿਸਾਬ ਲੈਣਾ। ਇਸੇ ਕਰਕੇ ਆਸਾ ਦੀ ਵਾਰ ਦੇ ਪਿਛਲੇ ਸ਼ਲੋਕਾਂ ਵਿੱਚ ਸ਼ੱਕ ਦੀ ਗੁੰਜਾਇਸ਼ ਵਿੱਚ ਭਰੇ ਹੋਏ ਜਗਿਆਸੂ ਦਾ ਵਰਣਨ ਆਉਂਦਾ ਹੈ, ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਵਾਰ-ਵਾਰ ਕਹਿੰਦੇ ਨੇ ਕਿ ਆਸ਼ਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਉੱਥੇ ਮਿੱਤਰਤਾ ਨਹੀਂ ਨਿਭੇਗੀ ਜਿਸ ਥਾਂ ਤੇ ਹਿਸਾਬ ਮੰਗਿਆ ਜਾਂਦਾ ਹੈ, ਕਿਉਂਕਿ ਹਿਸਾਬ ਦੇ ਅਰਥ ਨੇ ਸ਼ੰਕਾ ਸ਼ੁਰੂ ਹੋ ਗਿਆ। ਤੇ ਜਿੱਥੇ ਸ਼ੱਕ ਆਇਆ ਉੱਥੇ ਪ੍ਰੇਮ ਦੀ ਕੋਈ ਗੁੰਜਾਇਸ਼ ਨਹੀਂ ਹੈ, ਉਹ ਜੀਵਨ ਨੂੰ ਪਾੜ ਕੇ ਰੱਖ ਦਿੰਦਾ। ਆਸ਼ਕ ਇਹ ਨਾ ਆਖੀਏ, ਇਹ ਰੱਬ ਦਾ ਆਸ਼ਕ ਨਹੀਂ, ਜੇ ਲੇਖੈ ਵਰਤੈ ਸੋਏ। ਜਦੋਂ ਲੇਖੇ ਦੀ ਗੱਲ ਚੱਲੀ, ਸਤਿਗੁਰੂ ਨੇ ਹਿਸਾਬ ਦੇ ਦਿੱਤਾ। ਹਿਸਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਫਿਰ 360 ਰੁਪਈਏ ਵੱਧ ਗਏ। ਹਿਸਾਬ ਹੋਇਆ, ਫਿਰ ਰੁਪਈਏ ਵੱਧ ਗਏ। ਪਰ ਸਤਿਗੁਰੂ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਦੌਲਤ ਖਾਂ ਹੁਣ ਸਾਡੀ ਤੇ ਤੇਰੀ ਨਿਭੇਗੀ ਨਹੀਂ। ਇਹ ਫਿਰ ਉੱਠ ਕੇ ਝੁਕਿਆ। ਵੇਖੋ ਪਹਿਲਾਂ ਸ਼ਰਧਾਲੂ ਵੀ ਸੀ। ਸ਼ਰਧਾ ਜਿੰਨਾ ਚਿਰ 100% ਨੂੰ ਪਾਰ ਨਾ ਕਰ ਜਾਏ, ਇਹ ਕਿਸੇ ਵੀ ਟਾਈਮ ਟੁੱਟ ਸਕਦੀ। ਖਿਆਲ ਰੱਖਣਾ, ਇੱਕ ਕੱਚ ਦਾ ਭਾਂਡਾ ਹੈ ਸ਼ਰਧਾ ਜਿਹੜੀ। ਅਜੇ ਜਿਹੜਾ ਸ਼ੱਕ ਹੈ ਨਾ, ਇਹ ਬੜੀ ਢੀਠ ਧਾਤ ਦਾ ਬਣਿਆ ਹੈ। ਆਪ ਜੀ ਸਮਝੇ ਹੋਗੇ, ਇਹ ਢੀਠ ਲੋਹੇ ਦਾ ਬਣਿਆ ਸ਼ੱਕ। ਚੀੜਾ ਹੈ ਬਹੁਤ,
ਤੁਸੀਂ ਕਦੀ ਵੇਖ ਲਓ ਕਿਸੇ ਬੰਦੇ ਤੇ ਸ਼ੱਕ ਪੈ ਜਾਏ ਨਾ, ਉਹਨੂੰ ਲੱਖਾਂ ਵਾਰੀ ਉਹ ਕਲੀਅਰੈਂਸ ਦੇ ਉਹਦਾ ਬਈ ਨਹੀਂ ਇਹ ਗੱਲ ਨਹੀਂ, ਆਦਮੀ ਮੰਨ ਵੀ ਜਾਏਗਾ ਪਰ ਸ਼ੱਕ ਵਿੱਚੋਂ ਛੱਡੇਗਾ ਨਹੀਂ ਮਨ ਨੂੰ। ਉਹ ਇੰਨਾ ਚੀੜਾ ਹੈ, ਇੰਨਾ ਗਹਿਰਾ ਸਾਡੇ ਮਨ ਵਿੱਚ। ਪਰ ਸ਼ਰਧਾ ਤੁਸੀਂ ਵੇਖੋਗੇ ਕਈ ਥਾਵਾਂ ਤੇ 100 ਸਾਲ 50 ਸਾਲ 20 ਸਾਲ ਬਣੀ ਰਵੇ, ਬਸ ਇੱਕ ਝਟਕਾ ਲੱਗਣ ਦੀ ਦੇਰ ਇਹ ਸਾਰੀ ਚਕਨਾਚੂਰ ਹੋ ਸਕਦੀ, ਖਤਮ ਹੋ ਸਕਦੀ। ਇਹਦੀਆਂ ਉਦਾਹਰਨਾਂ ਨੇ। ਇਸ ਕਰਕੇ ਕਹਿੰਦੇ ਨੇ ਸ਼ਰਧਾ ਉਹਨਾਂ ਚਿਰ ਪੱਕੀ ਨਹੀਂ ਸਮਝਣੀ ਚਾਹੀਦੀ ਜਿੰਨਾ ਚਿਰ 100% ਨੂੰ ਪਾਰ ਨਾ ਕਰ ਜਾਏ। ਸ਼ਰਧਾ ਉਦੋਂ ਪੱਕਦੀ ਹੈ। ਵੈਸੇ ਗੁਰਮਤਿ ਵਿੱਚ ਇਹ ਚੀਜ਼ਾਂ ਪ੍ਰਵਾਨ ਨਹੀਂ, ਪਰ ਕਿਸੇ ਥਾਂ ਤੇ ਦਿੱਲੀ ਵਿੱਚ ਇਹ ਘਟਨਾ ਵਾਪਰੀ ਹੈ। ਇੱਕ ਫਕੀਰ ਤੇ ਸ਼ਾਗਿਰਦ ਦੀ ਘਟਨਾ। ਉਹਨੇ ਕਿਹਾ ਸੀ ਕਿ ਮੇਰੀ ਜ਼ਿੰਦਗੀ ਵਿੱਚੋਂ ਬਿਲਕੁਲ ਸ਼ੱਕ ਤੇਰੇ ਤੇ ਖਤਮ ਹੋ ਜਾਏ। ਉਹਨੇ ਕਿਹਾ ਜੇ ਸਮਾਂ ਨਹੀਂ ਆਇਆ। ਇੱਕ ਦਿਨ ਉਹਨੇ ਘਟਨਾ ਵਰਤਾਈ। ਉਹਦਾ ਚੇਲਾ ਬਹੁਤ ਵਿਸ਼ਵਾਸ ਵਾਲਾ ਸੀ, ਭਰੋਸਾ ਕਰਦਾ ਸੀ, ਸੂਫੀ ਫਕੀਰ ਸੀ। ਇੱਕ ਦਿਨ ਵਿੱਚ ਇੱਕ ਪ੍ਰਸ਼ਾਦਾ ਛਕਦਾ ਸੀ, ਇੱਕੋ ਹੀ ਕੁੜਤਾ ਸੀ ਉਹਦੇ ਕੋਲ, ਬੜਾ ਸਿੱਧਾ ਫਕੀਰ ਸੀ। ਪਰ ਉਹਦਾ ਚੇਲਾ ਵਾਰ-ਵਾਰ ਕਹਿੰਦਾ ਹੈ ਮੇਰੀ ਸ਼ਰਧਾ ਅਜੇ ਪੱਕੀ ਹੈ ਕਿ ਨਹੀਂ। ਉਹਨੇ ਕਿਹਾ ਜੇ ਸਮਾਂ ਨਹੀਂ ਆਇਆ, ਤੂੰ ਵਕਤ ਦੀ ਉਡੀਕ ਕਰ, ਅਜੇ ਤੇਰੀ ਸ਼ਰਧਾ ਵਿੱਚ ਕਚਿਆਈ ਹੈ। ਉਹਨੇ ਕਿਹਾ ਮੈਨੂੰ ਤੇ ਯਕੀਨ ਹੈ, ਮੈਂ ਤੁਹਾਡੇ ਤੇ ਪੂਰਾ ਵਿਸ਼ਵਾਸ ਕਰਾਂਗਾ। ਕਹਿੰਦੇ ਨਹੀਂ, ਤੇਰੀ ਮੈਂ ਆਖਰੀ ਘੜੀ ਇੱਕ ਦਿਨ ਪ੍ਰੀਖਿਆ ਕਰਾਂਗਾ। ਜੇ ਤੂੰ ਉਸ ਦਿਨ ਵੀ ਪਾਸ ਹੋ ਗਿਆ, ਉਸ ਤੋਂ ਬਾਅਦ ਤੇਰੀ ਸ਼ਰਧਾ ਲੋਹੇ ਦੀ ਬਣ ਜਾਏਗੀ, ਉਹਨੂੰ ਕੋਈ ਤੋੜ ਨਹੀਂ ਸਕੇਗਾ। ਇੱਕ ਦਿਨ ਫਕੀਰ ਅੰਦਰ ਬੈਠਾ ਸੀ, ਉਹਦਾ ਮੁਰੀਦ ਬਾਹਰੋਂ ਆਇਆ। ਫਕੀਰ ਨੇ ਇੱਕ ਬੋਤਲ ਵਿੱਚ ਪਾਣੀ ਵਿੱਚ ਰੰਗ ਘੋਲਿਆ। ਬੋਤਲ ਦਾ ਰੰਗ ਪਾਣੀ ਦਾ ਸ਼ਰਾਬ ਵਰਗਾ ਹੋ ਗਿਆ। ਆਪਣੇ ਸਾਹਮਣੇ ਰੱਖ ਕੇ ਬੈਠਾ, ਗਲਾਸੀ ਵਿੱਚ ਪਾ ਰਿਹਾ ਤੇ ਬਾਹਰੋਂ ਮੁਰੀਦ ਆ ਗਿਆ। ਉਹਨੇ ਵੇਖਿਆ ਵੀ ਇਹ ਆਦਮੀ ਸ਼ਰਾਬ ਦੀ ਬੋਤਲ ਹੈ ਤਾਂ ਪਾਣੀ ਸੀ ਨਾ। ਪਰਖ ਸੀ ਕਿ ਇਹਦਾ ਸ਼ੰਕਾ ਉੱਠਦਾ ਹੈ ਕਿ ਨਹੀਂ, ਵਿਸ਼ਵਾਸ ਕਿੰਨਾ ਕੁ ਹੈ। ਔਰ ਜਦੋਂ ਪਾ ਰਿਹਾ ਸੀ ਤੇ ਮੁਰੀਦ ਦੀ ਸ਼ਰਧਾ ਪੱਕ ਚੁੱਕੀ ਸੀ। ਉਹ ਗਿਆ, ਪੈਰ ਛੋਏ। ਉਹਨੇ ਕਿਹਾ ਜੀ ਮੈਂ ਤੁਹਾਡੇ ਇਸ ਕੰਮ ਵਿੱਚ ਸਹਿਯੋਗ ਕਰਾਂ, ਮੈਂ ਤੁਹਾਡਾ ਸਹਿਯੋਗ ਕਰਾਂ ਇਸ ਕੰਮ ਵਿੱਚ। ਸ਼ੰਕਾ ਜਾਗੇ ਨਹੀਂ, ਕਿਉਂਕਿ ਉਹਨੂੰ ਗਹਿਰਾ ਵਿਸ਼ਵਾਸ ਸੀ ਕਿ ਮੇਰਾ ਮੁਰਸ਼ਿਦ ਕਦੀ ਸ਼ਰਾਬ ਨਹੀਂ ਪੀ ਸਕੇਗਾ। ਜਦੋਂ ਉਸ ਮੁਰਸ਼ਿਦ ਨੇ ਪੁੱਛਿਆ ਤੂੰ ਮੈਨੂੰ ਵੇਖ ਨਹੀਂ ਰਿਹਾ, ਆ ਵੇਖ ਮੇਰੇ ਸਾਹਮਣੇ ਸ਼ਰਾਬ ਪਈ ਤੇ ਮੈਂ ਪਾਪ ਕਰਨ ਲੱਗਾ, ਤੂੰ ਅਜੇ ਵੀ ਮੇਰੇ ਤੇ ਭਰੋਸਾ ਕਰਕੇ ਬੈਠਾ। ਤੇ ਉਸ ਮੁਰੀਦ ਨੇ ਕਿਹਾ ਸੀ ਮੇਰੀ ਆਤਮਾ ਆਵਾਜ਼ ਦਿੰਦੀ ਏ, ਮੇਰੇ ਮੁਰਸ਼ਿਦ ਵਿੱਚ ਇੰਨੀ ਤਾਕਤ ਹੈ ਜੋ ਸ਼ਰਾਬ ਨੂੰ ਹੱਥ ਲਾਏਗਾ ਤੇ ਅੰਮ੍ਰਿਤ ਵਿੱਚ ਤਬਦੀਲ ਹੋ ਜਾਏਗੀ, ਉਹ ਸ਼ਰਾਬ ਰਹਿ ਨਹੀਂ ਸਕਦੀ। ਉਹਨੇ ਬੋਤਲ ਸਿੱਟ ਦਿੱਤੀ, ਪ੍ਰੀਖਿਆ ਸੀ, ਗਲਵਕੜੀ ਵਿੱਚ ਲੈ ਲਿਆ। ਕਹਿਣ ਲੱਗੇ ਹੁਣ ਤੇਰੀ ਸ਼ਰਧਾ 100% ਨੂੰ ਪਾਰ ਕਰ ਗਈ, ਹੁਣ ਇਹ ਲੋਹੇ ਦੀ ਬਣ ਗਈ, ਇਸ ਤੋਂ ਪਹਿਲਾਂ ਕੱਚ ਦੀ ਸੀ। ਸ਼ਰਧਾ ਸਾਡੇ ਵਿੱਚ ਬੜੀਆਂ ਨੇ, ਪਰ ਖਿਆਲ ਰੱਖਣਾ ਅਜੇ ਕੱਚ ਦੀਆਂ ਨੇ, ਕਿਤੇ ਵੀ ਟੁੱਟ ਸਕਦੀਆਂ ਨੇ, ਕਿਤੇ ਵੀ ਭੱਜ ਸਕਦੀਆਂ ਨੇ। ਇਸ ਕਰਕੇ ਗੁਰੂ ਸਾਹਿਬ ਨੇ ਕਿਤੇ ਕਿਤੇ ਕੌਤਕ ਵਰਤਾਏ ਨੇ। ਅਸੀਂ ਕਹਿੰਦੇ ਹਾਂ ਤੰਬੂ ਦੇ ਪਿੱਛੇ ਕਿਉਂ ਲੈ ਕੇ ਗਏ ਜਦੋਂ 5 ਪਿਆਰਿਆਂ ਦੇ ਸੀਸ ਮੰਗੇ। ਸਤਿਗੁਰੂ ਤੇ ਬੜੇ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜਾ ਕੂੜ ਕਬਾੜ ਹੈ ਇਹਨੂੰ ਅੰਦਰ ਇੰਟਰ ਨਹੀਂ ਹੋਣ ਦੇਣਾ ਜਿੱਥੇ ਅਜੇ ਵਿਸ਼ਵਾਸ ਨਹੀਂ ਆਇਆ। ਸਤਿਗੁਰੂ ਨੇ ਜਾਣਬੁੱਝ ਕੇ ਪਰਦਾ ਲਾਇਆ, ਅੰਮ੍ਰਿਤ ਤੇ ਸਿੱਧਾ ਵੀ ਦੇ ਸਕਦੇ ਸਨ। ਔਰ ਸਿੱਖਾਂ ਦੇ ਸਿਰਾਂ ਦੇ ਸੀਸ ਮੰਗੇ, ਅੰਦਰ ਤਲਵਾਰ ਚੱਲੀ, ਖੂਨ ਚੱਲਿਆ। ਫਿਰ ਇਹ ਵੀ ਗੱਲ ਧੁੰਮ ਗਈ ਵੀ ਬੱਕਰੇ ਵੱਡੇ ਨੇ। ਉਦੋਂ ਤੋਂ ਹੀ ਲੋਕ ਕਹਿੰਦੇ ਨੇ, ਅੱਜ ਵੀ ਕਹਿੰਦੇ ਨੇ। ਇਹ ਗੁਰੂ ਨੇ ਆਪ ਹੀ ਵਰਤਾਇਆ ਵੀ ਜਿਨ੍ਹਾਂ ਨੇ ਕਿਹਾ ਬੱਕਰੇ ਵੱਡੇ ਨੇ ਸ਼ੰਕੇ ਵਿੱਚ ਨੇ, ਟੈਸਟ ਕਰਨ ਵਾਸਤੇ ਘਟਨਾ ਵਰਤਾਈ ਹੈ। ਜਿਨ੍ਹਾਂ ਨੇ ਭਰੋਸਾ ਕੀਤਾ ਹੈ ਉਹਨਾਂ ਨੂੰ ਉਸ ਦਰ ਤੇ ਪ੍ਰਵਾਨਗੀ ਹੈ। ਜਿਹੜੇ ਸ਼ੰਕਿਆਂ ਵਿੱਚ ਜਿਉਂਦੇ ਨੇ, ਗੁਰੂ ਤੇ ਭਰੋਸਾ, ਸ਼ਰਧਾ। ਇਸ ਕਰਕੇ ਤਾਂ ਹੀ ਗੁਰਬਾਣੀ ਵਿੱਚ ਵਾਰ-ਵਾਰ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਤੂੰ ਕਦੀ ਮਾਨ ਨਾ ਕਰੀਂ, ਕਿਉਂਕਿ ਕੋਈ ਪਤਾ ਨਹੀਂ ਕਿਸ ਮੋੜ ਤੇ ਆ ਕੇ
ਜਿੰਨਾ ਚਿਰ ਤੈਨੂੰ ਗੁਰੂ ਦਾ ਸਹਾਰਾ ਨਹੀਂ, ਤੇਰੇ ਵਿੱਚ ਵਿਸ਼ਵਾਸ ਨਹੀਂ ਆਇਆ, ਉਹਨਾਂ ਚਿਰ ਤੇਰੇ ਮਨ ਨੇ ਪੂਰੀ ਤਰ੍ਹਾਂ ਨਹੀਂ ਸਮਝਣਾ। ਗੁਰ ਗਿਆਨ ਦਿਓ ਮਨ ਸਮਝਾ। ਜਿੱਦਣ ਵਿਸ਼ਵਾਸ ਆ ਗਿਆ ਮਨ ਨੇ ਉਦਣ ਸਮਝਣਾ ਹੈ, ਅੱਖਰਾਂ ਨਾਲ ਇਹਨੇ ਬਿਲਕੁਲ ਨਹੀਂ ਸਮਝਣਾ। ਜਿੱਦਣ ਅੰਦਰ ਭਰੋਸਾ ਆ ਗਿਆ, ਤਾਕਤ ਆ ਗਈ, ਉਦਣ ਸਮਝੇਗਾ। ਇਸ ਕਰਕੇ ਉਹ ਮੂਲਾ ਜਿਹੜਾ ਲਿਖ ਕੇ ਦਿੰਦਾ ਮਰਨਾ ਸੱਚ ਤੇ ਜਿਉਣਾ ਝੂਠ, ਦੂਸਰੀ ਵਾਰੀ ਗੁਰੂ ਤੋਂ ਲੁਕਦਾ ਹੈ, ਕਿਉਂਕਿ ਇਹ ਭਰੋਸੇ ਦਾ ਪਤਾ ਹੀ ਨਹੀਂ ਕਿਹੜੇ ਮੋੜ ਤੇ ਆ ਕੇ ਖਿਲਰ ਜਾਏ, ਨਿਕਲ ਜਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਤੂੰ ਆਪਣੇ ਅੰਦਰ ਗੁਰੂ ਦੇ ਭਰੋਸੇ ਦਾ ਦੀਵਾ ਜਗਾ ਤੇ ਫਿਰ ਉਸ ਦੀਵੇ ਨੂੰ ਵੀ ਇੱਕ ਥਾਂ ਤੇ ਰੱਖ। ਜਦੋਂ ਵਿਸ਼ਵਾਸ ਵੀ ਤੇਰੇ ਵਿੱਚ ਆ ਗਿਆ ਗੁਰੂ ਨਾਨਕ ਦੇਵ ਜੀ ਤੇ, ਗੁਰੂ ਗ੍ਰੰਥ ਸਾਹਿਬ ਜੀ ਤੇ, ਉਦੋਂ ਬਾਅਦ ਵੀ ਇੱਕ ਹੋਰ ਗੱਲ ਰਹਿ ਜਾਂਦੀ ਏ। ਜੇ ਦੀਵੇ ਨੂੰ ਹਵਾ ਲੱਗਦੀ ਰਹੇ, ਦੀਵਾ ਹਿੱਲਦਾ ਰਵੇ, ਉਹਦੀ ਲਾਟ ਹਿੱਲਦੀ ਏ, ਤੇ ਹਿੱਲਦੇ ਹੋਏ ਦੀਵੇ ਦੇ ਵਿੱਚ ਕੋਈ ਲੇਖ ਨਹੀਂ ਪੜ੍ਹਿਆ ਜਾ ਸਕਦਾ। ਤੁਸੀਂ ਵੇਖਣਾ ਕਦੇ ਦੀਵਾ ਜਗਾ ਕੇ ਕੋਲ ਬੈਠ ਜਾਣਾ ਗੁਟਕਾ ਸਾਹਿਬ ਲੈ ਕੇ, ਤੇ ਉਹ ਹਵਾ ਵਿੱਚ ਹੋਵੇ ਜਾਂ ਪੱਖਾ ਚੱਲਦਾ ਹੋਵੇ, ਜਦੋਂ ਉਸ ਦੀਵੇ ਨੂੰ ਹਵਾ ਪਏਗੀ ਤਾਂ ਉਹ ਹਿੱਲੇਗਾ, ਅੱਖਰ ਸਮਝ ਵਿੱਚ ਨਹੀਂ ਆਉਣਗੇ, ਦਿਸੇਗਾ ਕੁਝ ਨਹੀਂ। ਵਿਸ਼ਵਾਸ ਦਾ ਦੀਵਾ ਤੇ ਸਾਡੇ ਵਿੱਚ ਹੈ, ਪਰ ਅਜੇ ਅੰਦਰ ਹਨੇਰੀ ਵੀ ਹੈ ਅਸ਼ਰਧਾ ਦੀ। ਇਸ ਕਰਕੇ ਵਿਸ਼ਵਾਸ ਡੋਲਦਾ ਰਹਿੰਦਾ, ਹਿੱਲਦਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਨੂੰ ਅੱਜ ਕਹਿ ਰਹੇ ਨੇ, ਕਿਉਂਕਿ ਇਹ ਸ਼ਬਦ ਉਸ ਬ੍ਰਾਹਮਣ ਨਾਲ ਸੰਬੰਧ ਰੱਖਦੇ ਨੇ ਜਿਸ ਦਾ ਮਨ ਅਜੇ ਰੁਕਿਆ ਨਹੀਂ। ਉਹਨੂੰ ਕਹਿ ਰਹੇ ਨੇ ਤੂੰ ਇਸ ਮਨ ਨੂੰ ਇੱਕ ਥਾਂ ਤੇ ਟਿਕਾ, ਪਰਮਾਤਮਾ ਦੇ ਭਰੋਸੇ ਵਿੱਚ ਆ, ਉਹਦੇ ਵਿਸ਼ਵਾਸ ਵਿੱਚ ਆ। ਕਿਉਂਕਿ ਜਿੰਨਾ ਚਿਰ ਤੇਰੇ ਵਿੱਚ ਗਿਆਨ ਨਾ ਆਇਆ, ਗਿਆਨ ਦੇ ਅਰਥ ਵਿਸ਼ਵਾਸ ਨਾ ਆਇਆ, ਉਹਨਾਂ ਚਿਰ ਤੇਰਾ ਮਨ ਟਿਕੇਗਾ ਨਹੀਂ। ਸਤਿਗੁਰੂ ਕਹਿੰਦੇ ਨੇ ਕੁੰਭੇ ਬੱਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹੇ। ਮਨ ਗਿਆਨ ਤੋਂ ਬਿਨਾ ਨਹੀਂ ਰਹਿ ਸਕੇਗਾ। ਜਿਵੇਂ ਪਾਣੀ ਘੜੇ ਤੋਂ ਬਿਨਾ ਖਿਲਰ ਜਾਂਦਾ ਹੈ, ਘੜੇ ਵਿੱਚ ਪਾਓ, ਘੜੇ ਵਿੱਚ ਤਰੇੜ ਆਈਏ, ਥੋੜੇ ਚਿਰ ਬਾਅਦ ਉਹ ਪਾਣੀ ਜ਼ਮੀਨ ਤੇ ਖਿਲਰ ਜਾਂਦਾ ਹੈ, ਚੋ ਜਾਂਦਾ ਹੈ। ਇਸੇ ਤਰ੍ਹਾਂ ਜਿੰਨਾ ਚਿਰ ਸਾਡੇ ਵਿਸ਼ਵਾਸ ਦਾ ਘੜਾ ਸਾਬਤ ਨਹੀਂ ਹੈ, ਤੇੜਾਂ ਵਾਲਾ ਹੈ, ਅਸੀਂ ਰੋਜ਼ ਇਹਦੇ ਵਿੱਚ ਵਿਸ਼ਵਾਸ ਪਾਉਂਦੇ ਹਾਂ, ਅਸੀਂ ਰੋਜ਼ ਇਹਦੇ ਵਿੱਚ ਧਰਮ ਪਾਉਂਦੇ ਹਾਂ। ਚਲੋ ਕਈ ਰੋਜ਼ ਪਾਉਂਦੇ ਨੇ, ਕਈ ਮਹੀਨੇ ਬਾਅਦ ਪਾਉਂਦੇ ਨੇ, ਕਈ ਸਾਲ ਬਾਅਦ ਪਾਉਂਦੇ ਨੇ, ਪਰ ਰਹਿੰਦਾ ਨਹੀਂ ਉੱਥੇ। ਕਿਉਂਕਿ ਮਨ ਵਿੱਚ ਵਿਸ਼ਵਾਸ ਦਾ ਭਾਂਡਾ ਜਿਹੜਾ ਤਿੜਕਿਆ ਹੋਇਆ, ਉਹਦੇ ਵਿੱਚ ਤਰੇੜਾਂ ਹਨ, ਜਿਸ ਕਰਕੇ ਉਹ ਸਾਬਤ ਨਹੀਂ ਰਹਿੰਦਾ ਤੇ ਜੀਵਨ ਦਾ ਪਾਣੀ ਵਿੱਚੋਂ ਨਿਕਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹੇ। ਵਿਸ਼ਵਾਸ ਦਾ ਬੱਝਾ ਹੋਇਆ ਹੀ ਮਨ ਟਿਕ ਸਕਦਾ ਹੈ, ਪਰ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾ ਚਾਨਣ ਵਿਸ਼ਵਾਸ ਨਹੀਂ ਆ ਸਕਦਾ, ਮਨ ਨਹੀਂ ਟਿਕਦਾ। ਸ਼ਬਦਾਂ ਵੱਲ ਮੁੜਨ ਦਾ ਯਤਨ ਕਰੀਏ। ਠਾਕੋ ਮਨਵਾ ਰੱਖੋ ਠਾਏ। ਆਪਣੇ ਮਨ ਨੂੰ ਇੱਕ ਥਾਂ ਤੇ ਟੇਕ ਦਿਓ, ਇੱਕ ਥਾਂ ਤੇ ਰੱਖ ਦਿਓ। ਮੱਥਾ ਟੇਕਣਾ, ਟੇਕਣ ਦਾ ਮਤਲਬ ਟੇਕ ਦੇਣਾ, ਰੱਖ ਦੇਣਾ, ਖਿਲਾਰ ਦੇਣਾ, ਵਿਸ਼ਵਾਸ ਕਰ ਲੈਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਠਾਕੋ ਮਨਵਾ ਰੱਖੋ ਠਾਏ। ਠਾਏ ਦਾ ਅਰਥ ਹੈ ਜਿਹੜਾ ਤੈਨੂੰ ਸਤਿਗੁਰੂ ਨੇ ਕਿਹਾ ਉਹਨੂੰ ਕਰੀ ਹੀ ਜਾਣਾ ਹੈ, ਉਹਨੂੰ ਮੰਨ ਲੈਣਾ ਹੈ, ਉਹਨੂੰ 100% ਸੱਚ ਕਹਿਣਾ ਹੈ। ਛੋਟੀ ਜੀ ਘਟਨਾ ਮੇਰੇ ਸਾਹਮਣੇ ਆਈ, ਵਿਸ਼ਵਾਸ ਤੋਂ ਬਿਨਾ, ਟਿਕਾ ਤੋਂ ਬਿਨਾ, ਤੇ ਵੱਡੇ ਵੱਡੇ ਜਪੀ ਤਪੀ ਵੀ ਕਈ ਵਾਰੀ ਸਤਿਗੁਰੂ ਨੇ ਕਿਹਾ ਤੁਸੀਂ ਥੋੜੇ ਜਿਹੇ ਭਟਕ ਗਏ ਹੋ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਰਹਿੰਦੇ ਨੇ ਭਾਈ ਰਾਮ ਕੌਰ ਸਾਹਿਬ, ਉਹਨਾਂ ਦੀ ਪੀੜ੍ਹੀ ਵਿੱਚੋਂ ਨੇ, ਔਰ ਉਹਨਾਂ ਨੂੰ ਬ੍ਰਹਮ ਗਿਆਨੀਆਂ ਦਾ ਘਰ ਕਿਹਾ ਜਾਂਦਾ ਹੈ। ਉਹਨਾਂ ਵਿੱਚ ਵਾਰ-ਵਾਰ ਬ੍ਰਹਮ ਗਿਆਨੀ ਪੈਦਾ ਹੋਣ ਦਾ ਵਰਦਾਨ ਹੈ ਗੁਰੂ ਸਾਹਿਬ ਵੱਲੋਂ, ਹੁੰਦੇ ਵੀ ਨੇ। ਇੱਕ ਦਿਨ ਦੀ ਘਟਨਾ ਹੈ, ਅਨੰਦਪੁਰ ਸਾਹਿਬ ਵਿੱਚ ਸਤਿਗੁਰੂ ਬਾਹਰ ਬੈਠੇ ਨੇ ਖੁੱਲੇ ਥਾਂ ਤੇ, ਕਲਗੀਧਰ ਪਾਤਸ਼ਾਹ ਦੀਵਾਨ ਸਜਿਆ,
सारे सिंह बैठे ने, वार्तालाप चलदी है, गल चलदी है भरोसे दी ते कमाई दी। ते भाई राम कौर सिंह ਉਹਦੇ बड़े पुराने ब्रह्म ज्ञान ਨੂੰ ਜਾਣਦੇ ਨੇ, बड़ी उच्ची कुल विचों ने, ते अंदर दात भी बड़ी वड्डी टिकी हुई है उन्हां दे, कोई शक नहीं। पर सतगुरु ने वेख्या, जिवें आपां कल किहा सी, कल दे शब्द विच जिहदे विच सतगुरु कहंदे ने टूटै नेहों के बोलै सही। कई बारी ठीक ठीक कीतिआं भी बंदा बिल्कुल सही काम करदा है ते ओहदा भी कोई ना कोई अंदर गल आ जाती भी मैं बिल्कुल ठीक कीता, ਉਹਦੇ ਨਾਲ भी प्यार टुट जाता है। उत्थे जदों गल्लां चलियां ते भाई राम कौर सिंह जदों गुरमुख ते मनमुख की व्याख्या हुई, अंदर किते आ गई गल बई साडी ते हुण गल बन चुकी है, असीं तां हुण प्रवान हो गए। सतगुरु ने पढ़ लिया, वेख्या, हुक्म दिता, कहंदे देग तैयार करो, कड़ाह प्रसाद की देग तैयार करो। कड़ाह प्रसाद की देग तैयार हो गई, वड्डे सारे कड़ाए विच कहंदे समेत कड़ाए इत्थे लै आओ, वड्डा कड़ाया जिहदे विच घट्टो घट्ट 15-20 आदमी इकट्ठे दिवालियों खा सकन फड़ के। हुण देग दी मर्यादा किते ऐसी, पहला सतगुरु ने कहा वड्डा कड़ाया तैयार करके लियाओ। खुली देग दा कड़ाया लै आंदा, खुले मैदान विच कहंदे रख दिओ। जदों खुले मैदान विच देग रखी ते हजूर ने जिन्ने सिख बैठे सन 200 की गिनती में 400 होणगे, कोल भाई राम कौर सिंह जी बैठे। हुण भाई राम कौर सिंह एक उच्ची शख्सियत ने, आम बंदे नालों उन्हां दा वखरापन भी है। हजूर ने एकदम हुक्म दिता, कहन लगे सारे सिख देग लुट लो, सारे सिख देग लुट लो। वरताउणी नहीं, लुटण दा मतलब धक्के नाल खाओ, एक दूजे तो खो के खाओ। हुण 500 सिख देग दा कड़ाया ते सतगुरु ने कहा जदों लुट लो। हुण ਸਿੰਘਾਂ ने कहा भी गुरु दा हुक्म है, नाले इहो जिहा हुक्म कौन मोड़े, फिर ਇਹਦੇ ਵਿੱਚ नुकसान भी की है, उदों किहड़ा शुगर सी। इस करके एकदम ਜਿਹੜੇ आम सिख सन ना, माड़े मोटे विचारे अपने आप को समझते, वो तो सारे उठ के भज गए। देग विचों मुठ भरते ने, दूजा ਉਹਦੇ ਤੋਂ खो लेंदा, तीजा खलारा पै गया, उत्थे रौला पै गया, कोई किसी की सुने ना, सारे चले गए। पर भाई राम कौर सिंह नहीं गए, बैठे रहे। देग लुटी गई, एक दूजे तो खोई गई, धक्का मुक्की हो गई। ते हजूर वेख के बड़े खुश हुंदे ने ते लुटण वालियां नूं वर देई जांदे ने, बख्शां करी जांदे ने। सिख सारी देग उन्होंने जो भी जमीन ते भी डिगी, जो जिन्हों जिन्ना भी मिलिया वो खो के सारी खा लई। ते जदों सारे आ गए तो भाई राम कौर सिंह जी बैठे ने। सतगुरु कहंदे भाई साहब तुसीं नहीं देग लुटी। कहन लगे महाराज ये चंगा लगता इस तरह एक दूजे तो खो के खांदे। हजूर ने कहा राम कौर सिंह जी मर्यादा बनाई मैं है, मैं उन्होंने बदल भी सकना, मैं बनाई है। मैं हुक्म दिता सी तुहानू, जिथे एक आम सिख नूं हुक्म सी उत्थे तुहानू भी हुक्म सी, तुसां भी उठ के लुटनी सी। तुसीं हुक्म अदूली कीती है, पैरां थल्लों जमीन निकल गई। कहंदे इन्हां देग नहीं लुटी, इन्हें लोक परलोक दीयां खुशियां लुट लईआं ने, तुसीं रह गए पिछे। हुक्म क्यों नहीं मन्निया? हुण वेखो जे बाहरों वेख्या जाए तो वो एक चंगा काम है कि सियाणपे देग ना लुटना, पर गुरु हुक्म देवे भावें किवें दा देवे। सतगुरु ने क्या वैसे मैं इत्थे बेनती करा, ये भाई राम कौर सिंह जी ने गलती नहीं सी कीती, मैं इत्थे गल कह देनी चाहुंदा, वो ब्रह्म ज्ञानी सन। ये सिर्फ गुरु साहब दे नाल जिहड़ी सिੱਖੀ दा गुरु साहब जी सामने साडे सीरीयल पेश कर रहे सन, ओहदा एक हिस्सा सी भाई राम कौर सिंह। जे हुण भाई राम कौर सिंह जी भी लुट लेंदे ते व्याख्या कित्थों हुंदी? ये भी गुरु साहब ने कराया,
ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾਮ ਕੌਰ ਸਿੰਘ ਜੀ ਵਿੱਚ ਕੋਈ ਗਿਆਨ ਨਹੀਂ ਸੀ ਸਿੱਖੀ ਦਾ, ਪਤਾ ਸੀ ਉਹਨਾਂ ਨੂੰ। ਸਤਿਗੁਰੂ ਵਰਤੇ ਨੇ ਕਈ ਵਾਰੀ ਸਿੱਖਾਂ ਦੇ ਵਿੱਚ ਵਿਰੋਧੀ ਕੰਮ ਕਰਾਇਆ ਉਹਨਾਂ ਨੇ, ਤਾਂ ਕਿ ਉਹਦੀ ਕੋਈ ਨਾ ਕੋਈ ਸੋਲੂਸ਼ਨ ਨਿਕਲੇ, ਕੋਈ ਗਿਆਨ। ਜਿਵੇਂ ਕਿ ਭਾਈ ਮਰਦਾਨਾ ਜੀ ਤੋਂ ਕਈ ਵਾਰੀ ਕਹਿੰਦੇ ਸਨ ਵੀ ਇਹਨੂੰ ਭੁੱਖ ਲੱਗ ਗਈ, ਭੁੱਖ ਤਾਂ ਲਾਉਂਦੇ ਸਨ, ਉਹਦਾ ਕੋਈ ਕਾਰਨ ਹੁੰਦਾ ਸੀ। ਪਰ ਰਾਮ ਕੌਰ ਸਿੰਘ ਨੂੰ ਕਿਹਾ, ਮੈਂ ਹੁਕਮ ਦਿੱਤਾ ਹੈ, ਤੁਹਾਡੀ ਬੁੱਧੀ ਵਿੱਚ ਖੜੀ ਹੋ ਗਈ ਹੈ। ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ ਹੈ, ਔਰ ਇਹ ਇਕੱਲੇ ਭਾਈ ਰਾਮ ਕੌਰ ਸਿੰਘ ਵਾਸਤੇ ਨਹੀਂ। ਮੈਂ ਬੇਨਤੀ ਕਰਾਂ, ਮੇਰੇ ਵੇਖਣ ਵਿੱਚ ਤੇ ਸੁਣਨ ਵਿੱਚ ਕਈ ਸਰੀਰ ਨੇ ਜਿਹੜੇ ਹੈਣ ਬੜੇ ਚੜ੍ਹਦੀ ਕਲਾ ਵਾਲੇ, ਬਾਣੀ ਪੜ੍ਹਦੇ ਨੇ, ਸੱਚ ਬੋਲਦੇ ਨੇ, ਧਰਮ ਦੀ ਕਿਰਤ ਕਰਦੇ ਨੇ, ਚੰਗੇ ਨੇ। ਜਦੋਂ ਅੰਮ੍ਰਿਤ ਛਕਣ ਦੀ ਗੱਲ ਆਉਂਦੀ ਹੈ ਨਾ, ਕਹਿੰਦੇ ਸਾਨੂੰ ਕੀ ਲੋੜ ਹੈ, ਅਸੀਂ ਤੇ ਚੰਗੇ ਹੀ ਆ ਨਾ। ਯਾਦ ਰੱਖੀਏ, ਗੁਰੂ ਦਾ ਹੁਕਮ ਹੈ। ਸਤਿਗੁਰੂ ਨੇ ਹੁਕਮ ਦਿੱਤਾ ਸਿੱਖ ਨੂੰ, ਤੂੰ ਅੰਮ੍ਰਿਤ ਛਕਣਾ ਹੈ। ਜੇ ਉੱਥੇ ਸਿਆਣਪ ਖੜੀ ਹੋ ਗਈ ਤੇ ਅਸੀਂ ਗੁਰੂ ਦੇ ਹੁਕਮ ਤੋਂ ਬਾਹਰ ਚਲੇ ਗਏ, ਗੁਰੂ ਦੇ ਹੁਕਮ ਦੀ ਅਦੂਲੀ ਕਰ ਦਿੱਤੀ, ਬੁੱਧੀ ਖੜੀ ਹੋ ਗਈ। ਹੁਣ ਬੜੇ ਸੱਜਣ ਮਿਲਦੇ, ਕਹਿੰਦੇ ਜੀ ਜੇ ਪੜ੍ਹ ਰਹੇ ਹਾਂ, ਸੋਚ ਰਹੇ ਹਾਂ ਵੀ ਅੰਮ੍ਰਿਤ ਕੀ ਹੁੰਦਾ ਹੈ, ਫਿਰ ਛਕਾਂਗੇ। ਹਿਸਾਬ ਲਾ ਲਈਏ ਵੀ ਕੁਝ ਹੈ ਵੀ ਇਹਦੇ ਵਿੱਚ, ਜਾਂ ਕਿਤੇ ਕਿਤੇ ਅੰਦਰ ਇਹ ਵੀ ਗੱਲ ਬੈਠੀ ਹੋਈ ਵੀ ਅੰਮ੍ਰਿਤ ਛਕਣ ਦੀ ਤੇ ਨਾਮ ਬੰਦਿਆਂ ਨੂੰ ਲੋੜ ਹੈ, ਅਸੀਂ ਤੇ ਪੜ੍ਹ ਬੜਾ ਲਿਆ ਹੈ, ਸਾਨੂੰ ਕੀ ਲੋੜ ਨਹੀਂ। ਜੇ ਗੁਰੂ ਸਾਹਿਬ ਇੱਕ ਬ੍ਰਹਮ ਗਿਆਨੀ ਨੂੰ ਚੈਲੰਜ ਕਰ ਸਕਦੇ ਨੇ ਵੀ ਮੈਂ ਕਿਹਾ ਦੇਗ ਲੁੱਟੋ ਤੇ ਲੁੱਟਣੀ ਪਏਗੀ, ਇੱਥੇ ਕਿਸੇ ਦੇ ਪੈਰ ਨਹੀਂ ਲੱਗਦੇ। ਗੁਰੂ ਬੜਾ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਹੈ। ਇਸ ਕਰਕੇ ਗੁਰੂ ਦੇ ਬਚਨ ਤੇ ਭਰੋਸਾ ਕਰਨਾ। ਸਤਿਗੁਰੂ ਕਹਿੰਦੇ ਮਨ ਨੂੰ ਉੱਥੇ ਲੈ ਜਾ। ਕੋਈ ਜਗਤ ਦੇ ਵਿੱਚ ਇਸ ਤਰ੍ਹਾਂ ਦੀ ਮਰਿਆਦਾ ਤੇ ਸਿਆਣਪ ਨਹੀਂ ਜਿਹੜੀ ਤੈਨੂੰ ਰਾਹ ਦੇ ਸਕੇ। ਸਿਰਫ ਤੂੰ ਗੁਰੂ ਤੇ ਭਰੋਸਾ ਹੀ ਕਰਨਾ ਹੈ। ਸਿੱਖੀ ਦੀ ਮੂਲ ਮਰਿਆਦਾ ਹੀ ਭਰੋਸਾ ਹੈ, ਵਿਸ਼ਵਾਸ, ਗਹਿਰਾ ਵਿਸ਼ਵਾਸ। ਇਸ ਕਰਕੇ ਕਹਿ ਰਹੇ ਨੇ, ਠਾਕੋ ਮਨਵਾ, ਮਨ ਨੂੰ ਰੋਕ ਕੇ ਗੁਰੂ ਦੇ ਵਿਸ਼ਵਾਸ ਤੇ ਖੜਾ ਕਰੋ। ਰਾਖੋ ਠਾਏ, ਠਾਏ ਦਾ ਅਰਥ ਹੈ ਇੱਕ ਦੁਆਰ, ਇੱਕ ਰਸਤਾ। ਪਰਤ ਕੇ ਪਿੱਛੇ ਵੇਖਣਾ ਤਿਆਗ ਦਿਓ। ਮੁੜ ਕੇ ਪਰਤ ਕੇ ਮਨ ਨੂੰ ਨਾ ਪੁੱਛੋ ਸਲਾਹ ਕਿਹਦੀ ਲੈ ਰਹੇ ਹੋ, ਜੋ ਮਹਾਂਮੂਰਖ। ਮਨ ਦੀ ਸਲਾਹ ਲੈਣੀ ਜੋ ਖੁਦ ਹੀ ਅੱਖਾਂ ਤੋਂ ਰਹਿਤ, ਜੋ ਖੁਦ ਪਿੰਗਲਾ ਹੈ। ਸਲਾਹਕਾਰ ਵੀ ਬਹੁਤ ਵਧੀਆ ਚੁਣਿਆ, ਜਿਹਦੀਆਂ ਨਾ ਲੱਤਾਂ ਨਾ ਅੱਖਾਂ। ਕੋਈ ਚੱਜ ਦਾ ਤੇ ਸਲਾਹਕਾਰ ਲੈ ਲੈਂਦੇ, ਕਹਿੰਦੇ ਮਨ ਨੂੰ ਪੁੱਛਾਂਗੇ ਸਿੱਖ ਬਣਨਾ ਕਿ ਨਹੀਂ, ਜਿਸ ਦਾ ਕਦੀ ਭਰੋਸਾ ਹੀ ਨਹੀਂ। ਇਸ ਕਰਕੇ ਕਹਿੰਦੇ ਇੱਕ ਰਾਹ ਤੇ ਉਸ ਨੂੰ ਟਿਕਾ। ਉਸ ਬ੍ਰਾਹਮਣ ਨੂੰ ਕਹਿ ਰਹੇ ਨੇ, ਸਾਨੂੰ ਵੀ ਕਹਿ ਰਹੇ ਨੇ, ਰਾਖੋ ਠਾਏ, ਕਿਉਂਕਿ ਠਹਿਕ ਮੋਈ ਅਵਗੁਣ ਪਛਤਾਏ। ਠਹਿਕ ਦਾ ਅਰਥ ਹੈ ਭਿੜਦੇ ਰਹਿਣਾ, ਨਹੀਂ ਤਾਂ ਸਾਰੀ ਉਮਰ ਤੇਰਾ ਮਨ ਤੈਨੂੰ ਭਿੜਦਾ ਰਹੇਗਾ, ਤੇਰੇ ਨਾਲ ਵਾਰ-ਵਾਰ ਤੈਨੂੰ ਭਟਕਾਉਂਦਾ ਰਹੇਗਾ। ਤੂੰ ਡੋਲਦਾ ਰਹੇਗਾ, ਭਟਕਦਾ ਰਹੇਗਾ, ਵਾਰ-ਵਾਰ ਤੂੰ ਠਹਿਕਦਾ ਰਹੇਗਾ, ਆਪਣੇ ਹੀ ਮਨ ਵਿੱਚ ਝਗੜੀ ਜਾਏਗਾ, ਉਹ ਫੈਸਲਾ ਨਹੀਂ ਦੇ ਸਕੇਗਾ। ਤੇ ਇਸ ਤਰ੍ਹਾਂ ਤੇਰੀ ਆਤਮਿਕ ਮੌਤ ਹੋ ਜਾਏਗੀ। ਠਹਿਕ ਮੋਈ ਅਵਗੁਣ ਪਛਤਾਏ, ਅਵਗੁਣਾਂ ਦੇ ਵਿੱਚ ਪਛਤਾਵੇ ਤੋਂ ਬਿਨਾ ਹੋਰ ਕੁਝ ਪੱਲੇ ਨਹੀਂ ਰਹੇਗਾ। ਠਾਕੁਰ ਏਕ ਸਬਾਈ ਨਾਰ, ਇੱਕੋ ਹੀ ਠਾਕੁਰ ਯਾਨੀ ਕਿ ਇੱਕੋ ਹੀ ਦਰ ਹੈ ਜੋ ਮਨੁੱਖ ਦੇ ਜੀਵਨ ਦੀ ਹਰ ਪ੍ਰਕਾਰ ਦੀ ਪੂਰਤੀ ਕਰ ਸਕਦਾ ਹੈ। ਇੱਕੋ ਹੀ ਦਰ ਹੈ ਸਿਰਫ ਪਰਮਾਤਮਾ ਦਾ, ਗੁਰੂ ਦਾ, ਜੋ ਸਾਡੇ ਜੀਵਨ ਦੀਆਂ ਕੁੱਲ ਸਮੱਸਿਆਵਾਂ ਨੂੰ ਠੀਕ ਕਰ ਸਕਦਾ ਹੈ। ਬਹੁਤੇ ਵੇਸ ਕਰੇ ਕੁੜਿਆਰ, ਪਰ ਇਹ ਝੂਠਾ ਮਨੁੱਖ ਲੋਭ ਵਿੱਚ ਆ ਕੇ ਪਤਾ ਨਹੀਂ ਕਿੰਨੇ ਕੁ ਦਰਵਾਜ਼ਿਆਂ ਦੇ ਕੱਪੜੇ ਪਾ ਕੇ ਫਿਰਦਾ ਹੈ। ਬਹੁਤੇ ਵੇਸਦਾਰ ਥੇ, ਬਹੁਤੇ ਵੇਸਵਾ ਸ਼ਬਦ ਵੇਸ ਤੋਂ ਹੀ ਬਣਿਆ, ਧਿਆਨ ਦੇਣਾ। ਵੇਸਵਾ ਜਿਹੜੀ ਬਹੁਤੇ ਵੇਸ ਕਰਦੀ ਹੈ। ਜਿਹੜਾ ਮਨੁੱਖ ਬਹੁਤੇ ਦਰਵਾਜ਼ਿਆਂ ਤੇ ਭਰੋਸਾ ਕਰਦਾ ਹੈ, ਇੱਧਰ ਵੀ ਪ੍ਰਸ਼ਾਦ ਕਰਾ ਦਿੱਤਾ, ਉਧਰ ਵੀ ਪੱਤਰੀ ਫੈਲਾ ਲਈ, ਉਧਰ ਵੀ ਨਗ ਪਵਾ ਲਿਆ ਅੰਗੂਠੀ ਵਿੱਚ, ਇੱਧਰ ਇਹ ਕਰ ਲਿਆ। ਇਹਨੂੰ ਕਹਿੰਦੇ ਬਹੁਤੇ ਵੇਸ ਕਰੇ ਕੁੜਿਆਰ। ਇਹ ਝੂਠਾ ਮਨੁੱਖ ਕਿੰਨੇ ਕੁ ਵੇਸ ਕਰੀ ਜਾਂਦਾ ਹੈ, ਇੱਕ ਦਰ ਤੋਂ ਛੱਡ ਕੇ ਹੋਰ ਪਾਸੇ ਤੁਰਦਾ ਹੈ। ਸਤਿਗੁਰੂ ਕਹਿੰਦੇ ਪਰ ਕਰ ਜਾਤੀ ਠਾਕ ਰਹਾਈ,
पर जिन्हां ते पूरे गुरु ने कृपा की, वो दूजियां दरवाजियां ते जांदी हुई जीव इस्त्री नूं गुरु ने रोक के अपने चरनां नाल ठाक रहाई दा अर्थ जोड़ लिया, अपने कोल ले आंदा। गुरु ने अपने कोल रख लिया, एक दरवाजे ते बिठा लिया। इत्थे जाके फिर इस श्लोक दा अर्थां दा पासा तब्दील हुंदा है। इत्थों अगे गुरु दी हमायत शुरू हुंदी है कि जिहड़ा थोड़ा जिहा भी गुरु ते भरोसा करे, गुरु उहनूं खिच्चण लग पैंदा अपने वल, अपने नेड़े लिआउंदा। फिर सहायता शुरू हुंदी। ठाक रहाई, हजूर कहंदे महल बुलाई ठाक ना पाई। महल विच बुला लिया। हुण जदों एक दा दर फड़िया, उहने दरवाजा खोल दिता, अपने महल विच बुला लिया, अपने घर विच बुला लिया। महल बुलाई। सतगुरु सच्चे पातशाह जी कहंदे ठाक ना पाई। हुण उस दरवाजे विच कोई रुकावट नहीं पैंदी, उहदा घर प्राप्त हो गया। शब्द सवारी साच प्यारी। इस तरह वो जीव इस्त्री जो सुहागण है, शब्द द्वारा उन्होंने सवार लिया गया। गुरु पूरे दे शब्द ने उन्होंने भन के फिर सवारिया, घड़िया उन्होंने चंगी तरह, ते सच्चे दा प्यार उन्होंने मिलिया। साई सुहागण ठाकुर धारी। वो सुहागण वो जीव इस्त्री ठाकुर धारी दा अर्थ अपना लई, अपने कोल रख लई, उन्हें उन्होंने प्रवान कर लिया, जिहदे विच गहरा विश्वास जागया, जिन्हें एक दा दर फड़िया, अपनी जिंदगी एक दे हत्थां विच दे दित्ती, वो उस दर ते प्रवान हो गई। आओ बाकी दे 2-4 मिनट रहिंदे आपां गुरु शब्द नाल सांझ पाईए। सारियां ने प्यार सहित एकाग्र चित हो के चौंकड़ा मार के बैठ के ध्यान सहित पूरे एक आवाज़ विच शब्द नूं उचारण दा यही तरीका हुंदा है। हुण आउण वाले दिनां विच सिमरन समागम भी होणे, उन्हां विच एक चीज़ की बड़ी जरूरत हुंदी, उहनूं कहंदे ने लयबद्ध। लयबद्ध दा मतलब भावें 1000 व्यक्ति बैठा होवे, उहदी आवाज़ एक आउणी चाहिदी, तां लाभ मिलता है। और सिੱਖੀ ਦਾ ते गुरु शब्द है, ते साउंड ते खड़ी सिੱਖੀ सारी आवाज़ ते। आवाज़ जिन्नी लयबद्ध होएगी, सुरत उन्नी लयबद्ध होएगी। जे आवाज़ ही खिलरी हुई है, जे साउंड ही खिलरिया होया, तो कित्थे ध्यान टिकेगा, कित्थे एकाग्रता है। इस करके सानू सारिਆਂ ਨੂੰ एक आवाज़ विच प्यार सहित ते पूरी उच्ची आवाज़ विच, जिन्नी उच्ची आवाज़ होगी उन्ना ध्यान जल्दी टिकेगा। फिर सहजे सहजे नूं कट करके आपां टिक सकते हुंदे आ। सो सारिਆਂ ने 1-2 मिनट वास्ते जुड़ना है। वाहे गुरु 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 वाहे
ਵਾਹਿਗੁਰੂ 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 ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਬਖਸ਼ਿਸ਼ ਕਰਨ, ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਸਾਡੇ ਜੀਵਨ ਵਿੱਚ ਵਸਣ, ਲੋਕ ਪਰਲੋਕ ਸੁਹੇਲਾ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ, ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,